ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ। ਵਾਹਿਗੁਰੂ ਸਾਹਿਬ ਜੀ। ਜਿਉ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੇ, ਜਿਨਾ ਮਾਰਗ ਪਾਵਹਿ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹਿ। ਜਿਸਨੋ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੇਂ ਚਲਾਵਹਿ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੇਂ ਚਲਾਵਹਿ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਗੁਰੂ ਪਿਆਰੇ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 15 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਜਿਸ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਰਲ ਮਿਲ ਕੇ ਸਾਂਝ ਪਾਵਾਂਗੇ। ਇਸ ਤੋਂ ਪਹਿਲੀ ਪਾਵਨ ਪੌੜੀ ਵਿੱਚ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ, ਭਗਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ, ਉਸ ਬਾਰੇ ਵਿਚਾਰ ਸਤਿਗੁਰ ਦੀ ਕਿਰਪਾ ਨਾਲ ਸਾਂਝੇ ਕੀਤੇ ਸਨ ਕਿ ਜਿਹੜੇ ਭਗਤ ਜਨ ਹਨ ਉਹ ਸੰਸਾਰ ਨਾਲੋਂ ਦੁਨੀਆ ਨਾਲੋਂ ਉਹਨਾਂ ਦੀ ਜੀਵਨ ਜੁਗਤੀ ਜਿਹੜੀ ਵੱਖਰੀ ਹੁੰਦੀ ਹੈ, ਪਵਿੱਤਰ ਹੁੰਦੀ ਹੈ। ਉਹ ਆਪਣੇ ਜੀਵਨ ਦੇ ਵਿੱਚੋਂ ਲੱਭ ਲੋਭ ਅਹੰਕਾਰ ਇਹ ਤ੍ਰਿਸ਼ਨਾ ਇਹਨਾਂ ਨੂੰ ਤਿਆਗ ਦਿੰਦੇ ਹਨ। ਉਹਨਾਂ ਦਾ ਜੀਵਨ ਲਾਲਚ ਵਿੱਚ ਹੰਕਾਰ ਵਿੱਚ ਤ੍ਰਿਸ਼ਨਾ ਦਾ ਮਾਰਿਆ ਹੋਇਆ ਨਹੀਂ ਹੁੰਦਾ। ਉਹ ਜੀਵਨ ਦੇ ਵਿੱਚ ਸੰਤੋਖੀ ਬਣ ਜਾਂਦੇ ਨੇ। ਉਹਨਾਂ ਦੇ ਜੀਵਨ ਦੀ ਤ੍ਰਿਪਤੀ ਹੋ ਜਾਂਦੀ ਹੈ। ਉਹ ਮਾਇਆ ਦੇ ਵੱਲੋਂ ਰੱਜ ਜਾਂਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਉਸ ਪ੍ਰਭੂ ਦੇ ਨਾਮ ਦੀ ਭੁੱਖ ਹੁੰਦੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਭਗਤਾਂ ਵਾਲਾ ਜੀਵਨ ਹੈ, ਤੂੰ ਵੀ ਭਾਈ ਆਪਣਾ ਜੀਵਨ ਭਗਤਾਂ ਵਾਲਾ ਬਣਾ ਸਕਦਾ ਹੈ, ਤੇਰਾ ਜੀਵਨ ਵੀ ਭਗਤ ਬਣ ਸਕਦਾ ਹੈ।
ਸੱਚੇ ਪ੍ਰਭੂ ਦੇ ਨਾਲ ਜੁੜ ਕੇ। ਤੇ ਪਾਤਸ਼ਾਹ ਜੀ ਅੱਜ ਇਸ ਪਾਵਨ ਪੌੜੀ ਦੇ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਿਉਂ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਹੇ ਮਾਲਕ ਪ੍ਰਭੂ, ਜਿਵੇਂ ਤੂੰ ਸਾਨੂੰ ਜੀਵਾਂ ਨੂੰ ਇਸ ਜੀਵਨ ਰੂਪੀ ਸੜਕ ਉੱਤੇ ਤੋਰਦਾ ਆ, ਮਾਲਕ ਜੀ ਤਿਵੇਂ ਅਸੀਂ ਤੁਰਦੇ ਹਾਂ। ਮੈਨੂੰ ਕਹਿੰਦੇ ਸਿਰਫ ਇੰਨੀ ਹੀ ਸਮਝ ਪਈ ਹੈ, ਤੇਰੇ ਗੁਣਾਂ ਦਾ ਮੈਨੂੰ ਹੋਰ ਕੋਈ ਭੇਤ ਨਹੀਂ ਹੈ। ਮੈਂ ਤੇਰੇ ਗੁਣਾਂ ਬਾਰੇ ਹੋਰ ਕੁਝ ਨਹੀਂ ਜਾਣਦਾ। ਸਿਰਫ ਇੰਨੀ ਸਮਝ ਪਈ ਹੈ ਕਿ ਮਾਲਕ ਜੀ ਜਿਵੇਂ ਤੁਸੀਂ ਸਾਨੂੰ ਇਸ ਜੀਵਨ ਦੇ ਰਾਹ ਉੱਤੇ, ਜੀਵਨ ਰੂਪੀ ਸੜਕ ਦੇ ਉੱਤੇ, ਰਸਤੇ ਦੇ ਉੱਤੇ ਤੁਸੀਂ ਤੋਰਦੇ ਹੋ, ਤਿਵੇਂ ਹੀ ਅਸੀਂ ਸਾਰੇ ਜੀਵ ਉਸ ਰਾਹ ਉੱਤੇ ਤੁਰਦੇ ਹਾਂ। ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਅਸੀਂ ਪੜ੍ਹਿਆ, ਹੁਕਮ ਰਜ਼ਾਈ ਚੱਲਣਾ। ਮਾਲਕ ਜੀ ਆਪਣੇ ਹੁਕਮ ਦੇ ਵਿੱਚ, ਆਪਣੀ ਰਜ਼ਾ ਦੇ ਵਿੱਚ ਜਿਵੇਂ ਤੁਸੀਂ ਸਾਨੂੰ ਰੱਖਦੇ ਹੋ, ਉਸੇ ਹੀ ਤਰ੍ਹਾਂ ਅਸੀਂ ਇਸ ਸੰਸਾਰੀ ਜੀਵ ਆਪਣਾ ਜੀਵਨ ਬਤੀਤ ਕਰਦੇ ਹਾਂ, ਉਸੇ ਹੀ ਤੇਰੀ ਰਜ਼ਾ ਵਿੱਚ ਰਹਿੰਦੇ ਹਾਂ। ਗੁਰੂ ਪਿਆਰ ਵਾਲਿਓ, ਇੱਥੇ ਸਾਡੇ ਸਾਹਮਣੇ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਮਾਲਕ ਵਾਹਿਗੁਰੂ ਪਰਮਾਤਮਾ ਜਿਵੇਂ ਸਾਨੂੰ ਜੀਵਾਂ ਨੂੰ ਤੋਰਦਾ ਹੈ, ਜਿਵੇਂ ਸਾਨੂੰ ਰੱਖਦਾ ਹੈ, ਅਸੀਂ ਜੀਵ ਉਸੇ ਤਰ੍ਹਾਂ ਹੀ ਰਹਿੰਦੇ ਹਾਂ। ਪਰ ਗੁਰੂ ਪਿਆਰ ਵਾਲਿਓ, ਇਸ ਸੰਸਾਰ ਦੇ ਅੰਦਰ ਚੰਗੇ ਜੀਵ ਵੀ ਆ ਤੇ ਮਾੜੇ ਵੀ ਆ। ਹੁਣ ਜੇਕਰ ਸੰਸਾਰ ਦੇ ਵਿੱਚ ਕੋਈ ਮਾੜੇ ਕੰਮ ਕਰਦਾ ਹੈ, ਗਲਤ ਰਸਤਾ ਚੁਣਦਾ ਹੈ, ਗਲਤ ਰਾਹ ਉੱਤੇ ਤੁਰਦਾ ਹੈ, ਇਹਦਾ ਅਰਥ ਇਹ ਨਹੀਂ ਹੈ ਕਿ ਉਹਨੂੰ ਵੀ ਪਰਮਾਤਮਾ ਹੀ ਤੋਰ ਰਿਹਾ ਹੈ, ਉਹਨੂੰ ਵੀ ਅਕਾਲ ਪੁਰਖ ਵਾਹਿਗੁਰੂ ਤੋਰ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਜਿਹੜਾ ਕਿਸੇ ਨੂੰ ਵੀ ਗਲਤ ਰਾਹ ਉੱਤੇ ਨਹੀਂ ਤੋਰਦਾ, ਕਿਸੇ ਨੂੰ ਵੀ ਮਾੜੇ ਰਾਹ ਉੱਤੇ ਨਹੀਂ ਤੋਰਦਾ। ਜਿਹੜਾ ਮਨੁੱਖ ਆਪਣੀ ਮੱਤ ਦੇ ਮੁਤਾਬਕ ਚੱਲਦਾ ਹੈ, ਗੁਰੂ ਪਿਆਰ ਵਾਲਿਓ, ਉਹ ਮਨੁੱਖ ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਨੂੰ ਛੱਡ ਕੇ ਗਲਤ ਰਸਤੇ ਉੱਤੇ, ਗਲਤ ਮਾਰਗ ਉੱਤੇ ਚੱਲਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਮੇਸ਼ਾ ਹੀ ਜੀਵਾਂ ਨੂੰ ਚੰਗਿਆਂ ਰਾਹਾਂ 'ਤੇ ਹੀ ਤੋਰਦਾ ਹੈ, ਜੀਵਨ ਦੀ ਜੁਗਤੀ ਸਮਝ ਦਿੰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਤੋਰਨਾ ਹੈ, ਕਿਵੇਂ ਚਲਾਉਣਾ ਹੈ। ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਹੇ ਮਾਲਕ ਪ੍ਰਭੂ, ਜਿਵੇਂ ਸਾਨੂੰ ਜੀਵਾਂ ਨੂੰ ਮਾਲਕ ਵਾਹਿਗੁਰੂ ਇਸ ਜੀਵਨ ਰੂਪੀ ਸੜਕ ਦੇ ਉੱਤੇ ਤੁਰਦਾ ਹੈ, ਮਾਲਕ ਜੀ ਅਸੀਂ ਜੀਵ ਉਸੇ ਤਰ੍ਹਾਂ ਹੀ ਤੁਰਦੇ ਹਾਂ। ਸਾਨੂੰ ਤਾਂ ਸਿਰਫ ਇੰਨੀ ਸਮਝ ਪਈ ਹੈ, ਇੰਨੀ ਅਕਲ ਆਈ ਹੈ, ਪਰ ਤੇਰੇ ਹੋਰ ਗੁਣਾਂ ਬਾਰੇ ਸਾਨੂੰ ਕੁਝ ਨਹੀਂ ਪਤਾ। ਤੇਰੇ ਹੋਰ ਗੁਣ ਕਿਹੜੇ ਕਿਹੜੇ ਨੇ, ਤੂੰ ਜੀਵਨ ਦੇ ਅੰਦਰ ਹੋਰ ਕਿਹੜੇ ਗੁਣ ਪੈਦਾ ਕਰਦਾ ਆ, ਕਿਵੇਂ ਇਹ ਸਾਰੇ ਗੁਣ ਇਹ ਕਿਵੇਂ ਸਾਡੇ ਜੀਵਨ ਨੂੰ ਬਦਲ ਦਿੰਦੇ ਨੇ। ਮਾਲਕ ਜੀ ਮੈਨੂੰ ਸਿਰਫ ਇੰਨੀ ਸਮਝ ਲੱਗੀ ਹੈ, ਜਿਵੇਂ ਤੂੰ ਸਾਨੂੰ ਚਲਾ ਰਿਹਾ ਆ, ਉਸੇ ਤਰ੍ਹਾਂ ਹੀ ਅਸੀਂ ਜੀਵ ਜਿਹੜੇ ਚੱਲ ਰਹੇ ਹਾਂ। ਗੁਰੂ ਪਿਆਰ ਵਾਲਿਓ, ਜੋ ਮਾਲਕ ਵਾਹਿਗੁਰੂ ਚਾਹੁੰਦਾ ਹੈ, ਸੰਸਾਰ ਦੇ ਜੀਵ ਉਹ ਨਹੀਂ ਚਾਹੁੰਦੇ। ਉਹ ਸੰਸਾਰ ਦੇ ਜੀਵਾਂ ਨੂੰ ਪ੍ਰਵਾਨ ਨਹੀਂ ਹੈ। ਜੋ ਸਾਨੂੰ ਪ੍ਰਵਾਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਵਾਨ ਨਹੀਂ ਹੈ। ਮਾਲਕ ਜੀ ਦਾ ਬਚਨ ਆ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਕਿ ਜੋ ਮਾਲਕ ਨੂੰ ਭਾਉਂਦਾ ਹੈ, ਉਹੀ ਸੰਸਾਰ ਵਿੱਚ ਹੁੰਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ, ਉਹਦੇ ਹੁਕਮ ਦੇ ਅੱਗੇ ਸਾਡਾ ਜ਼ੋਰ ਨਹੀਂ ਚੱਲ ਸਕਦਾ। ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਉਹਦੇ ਅੱਗੇ ਸਾਡਾ ਕੋਈ ਹੁਕਮ ਨਹੀਂ ਚੱਲ ਸਕਦਾ, ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਗੁਰੂ ਪਿਆਰ ਵਾਲਿਓ, ਜੇਕਰ ਸਾਡਾ ਸਰੀਰ ਇਹ ਖਤਮ ਹੋਣਾ ਹੈ, ਜੇ ਸਾਡਾ ਜਨਮ ਹੋਇਆ ਹੈ ਤੇ ਜਨਮ ਹੋਣ ਤੋਂ ਸਾਨੂੰ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਇਹ ਜੰਮਣਾ ਤੇ ਮਰਨਾ ਜਿਹੜਾ ਉਹਦਾ ਹੁਕਮ ਹੈ।
ਜੇ ਮਨੁੱਖ ਜੰਮ ਰਿਹਾ ਆ, ਪੈਦਾ ਹੋ ਰਿਹਾ ਆ, ਤੇ ਮਨੁੱਖ ਨੇ ਮਰਨਾ ਵੀ ਹੈ ਇੱਕ ਦਿਨ ਆ ਕੇ। ਇਹ ਜਿਹੜਾ ਉਹਦਾ ਹੁਕਮ ਹੈ, ਕੋਈ ਵੀ ਮਨੁੱਖ ਇਸ ਹੁਕਮ ਨੂੰ ਨਹੀਂ ਬਦਲ ਸਕਦਾ। ਤੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਕ ਜੀ ਜਿਵੇਂ ਤੂੰ ਸਾਨੂੰ ਇਸ ਜੀਵਨ ਰੂਪੀ ਸੜਕ 'ਤੇ ਤੋਰ ਰਿਹਾ ਆ, ਮਾਲਕ ਜੀ ਉਸੇ ਤਰ੍ਹਾਂ ਹੀ ਅਸੀਂ ਇਸ ਜੀਵਨ ਦੇ ਰਸਤੇ ਉੱਤੇ ਚੱਲ ਰਹੇ ਹਾਂ। ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੀ ਸ਼ਰਨ ਵਿੱਚ ਭੱਟ ਸਾਹਿਬਾਨ ਆਏ। ਗੁਰੂ ਗ੍ਰੰਥ ਸਾਹਿਬ ਵਿੱਚ 11 ਭੱਟਾਂ ਦੀ ਬਾਣੀ ਦਰਜ ਹੈ। ਭੱਟਾਂ ਨੇ ਆਪਣੇ ਸਵਈਏ ਵਿੱਚ ਬੜਾ ਪਿਆਰਾ ਜਿਹੜਾ ਉਹਨਾਂ ਨੇ ਸ਼ਬਦ ਇਹ ਜਿਹੜਾ ਲਿਖਿਆ ਹੋਇਆ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਤੀ। ਭੱਟ ਸਾਹਿਬਾਨ ਜਿਹੜੇ ਨਾ ਇਕੱਠੇ ਹੋ ਕੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਆ ਗਏ। ਉੱਥੇ ਆ ਕੇ ਆਪਣੀ ਸਾਰੀ ਜੀਵਨ ਦੀ ਕਹਾਣੀ ਸੁਣਾਉਂਦੇ ਨੇ। ਆਖਦੇ ਨੇ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ। ਭੱਟ ਸਾਹਿਬਾਨ ਕਹਿੰਦੇ ਆ ਕਿ ਮੈਂ ਤਾਂ ਸੰਤਾਂ ਨੂੰ ਟੋਲਦਾ ਥੱਕ ਗਿਆ। ਮੈਂ ਤਾਂ ਸੰਤਾਂ ਨੂੰ, ਗੁਰਮੁਖ ਪਿਆਰਿਆਂ ਨੂੰ ਲੱਭਦਾ ਕਹਿੰਦੇ ਮੈਂ ਥੱਕ ਗਿਆ। ਪਰ ਕਹਿੰਦੇ ਮੈਂ ਕਈ ਸਾਧ ਵੀ ਵੇਖੇ ਜਿਹੜੇ ਆਪਣੇ ਆਪ ਨੂੰ ਸਾਧ ਕਹਾਉਂਦੇ ਸੀ, ਆਪਣੇ ਆਪ ਨੂੰ ਸੰਤ ਕਹਾਉਂਦੇ ਸੀ। ਕਹਿੰਦੇ ਮੈਂ ਬਹੁਤ ਵੇਖੇ। ਸੰਨਿਆਸੀ, ਕਹਿੰਦੇ ਮੈਂ ਕਈ ਸੰਨਿਆਸੀ ਵੇਖੇ, ਤਪੱਸੀਏ ਤੇ ਕਈ ਤਪਸਵੀ ਵੇਖੇ। ਮੁਖ ਹੋਏ ਪੰਡਤ ਮਿੱਠੇ, ਕਹਿੰਦੇ ਮੂੰਹੋਂ ਮਿੱਠੇ ਪੰਡਤ ਵੀ ਵੇਖੇ, ਜਿਹੜੇ ਮੂੰਹ ਦੇ ਬੜੇ ਮਿੱਠੇ ਸੀਗੇ, ਆਪਣੇ ਆਪ ਨੂੰ ਸੰਨਿਆਸੀ ਕੋਈ ਤਪਸਵੀ ਕਹਾਉਂਦਾ ਸੀ। ਸਾਰੇ ਮੂੰਹ ਦੇ ਮਿੱਠੇ, ਮੂੰਹ ਤੋਂ ਬੜੀਆਂ ਮਿੱਠੀਆਂ ਗੱਲਾਂ ਕਰਦੇ ਸੀ, ਪਰ ਉਹਨਾਂ ਦੇ ਜੀਵਨ ਦੇ ਅੰਦਰ ਮਿਠਾਸ ਨਹੀਂ ਸੀ। ਉਹ ਬਾਹਰੀ ਤੌਰ 'ਤੇ ਤਾਂ ਬੜੇ ਧਰਮੀ ਸੀ, ਪਰ ਧਰਮ ਉਹਨਾਂ ਦੇ ਜੀਵਨ ਵਿੱਚ ਨਹੀਂ ਸੀ। ਧਰਮ ਸਿਰਫ ਗੱਲਾਂ ਵਿੱਚ ਸੀ, ਵਿਚਾਰਾਂ ਵਿੱਚ ਸੀ, ਪਰ ਜੀਵਨ 'ਚ ਧਰਮ ਨਹੀਂ ਸੀ, ਜੀਵਨ 'ਚ ਚੰਗਿਆਈ ਨਹੀਂ ਸੀ। ਬਰਸ ਏਕ ਹੋਂ ਫਿਰਿਓ, ਕਹਿੰਦੇ ਮੈਂ 1 ਸਾਲ ਫਿਰਦਾ ਰਿਹਾ। ਕਿੰਨੇ ਨਾ ਪਰਚੋ ਲਾਇਓ, ਕਹਿੰਦੇ ਕਿਸੇ ਨੇ ਵੀ ਮੇਰੀ ਨਿਸ਼ਾ ਨਹੀਂ ਕੀਤੀ, ਕਿਸੇ ਨੇ ਵੀ ਮੇਰੀ ਤਸੱਲੀ ਨਹੀਂ ਕਰਾਈ, ਕਿਸੇ ਤੋਂ ਵੀ ਮੇਰੀ ਤਸੱਲੀ ਨਹੀਂ ਹੋ ਸਕੀ। ਭੱਟ ਸਾਹਿਬਾਨ ਜਿਹੜੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਨੇ, ਉਹ ਸਾਰਾ ਕੁਝ ਦੱਸ ਰਹੇ ਨੇ। ਪਾਤਸ਼ਾਹ ਜੀ ਅੱਗੇ ਆਪਣੇ ਜੀਵਨ ਦੀ ਜਿਹੜੀ ਕਹਾਣੀ ਨੂੰ ਪੇਸ਼ ਕਰ ਰਹੇ ਨੇ, ਉਹਨਾਂ ਦੇ ਜੀਵਨ ਅੰਦਰ ਕੀ ਵਾਪਰਿਆ। ਕਹਿੰਦੇ ਕਹਿਤੀ ਸੁਣੀ, ਕਹਿੰਦੇ ਸਾਰੇ ਨਾ ਮੂੰਹ ਆਖਦੇ ਸੀਗੇ, ਰਹਿਤ ਕੋ ਖੁਸ਼ੀ ਨਾ ਆਇਓ, ਭਾਵ ਕਿ ਸਾਰਿਆਂ ਨੂੰ ਉਹ ਸਿਰਫ ਉਪਦੇਸ਼ ਹੀ ਕਰਦੇ ਸੀ। ਅਵਰ ਉਪਦੇਸ਼ੈ ਆਪ ਨਾ ਕਰੇ, ਇਹ ਹਾਲਤ ਉਹਨਾਂ ਦੀ ਸੀ। ਉਹ ਦੂਜਿਆਂ ਨੂੰ ਉਪਦੇਸ਼ ਹੀ ਕਰਦੇ ਸੀਗੇ, ਸਾਰੇ ਉਪਦੇਸ਼ ਕਰਨ ਤੇ ਲੱਗੇ ਹੋਏ ਸੀ, ਪਰ ਕਿਸੇ ਦੀ ਰਹਿਤ ਵੇਖ ਕੇ, ਕਿਸੇ ਦਾ ਜੀਵਨ ਵੇਖ ਕੇ ਕਹਿੰਦੇ ਸਾਡੇ ਜੀਵਨ 'ਚ ਆਨੰਦ ਨਹੀਂ ਆਇਆ, ਸਾਡੇ ਜੀਵਨ ਨੂੰ ਤਸੱਲੀ ਨਹੀਂ ਮਿਲੀ। ਤੇ ਗੁਰੂ ਪਿਆਰ ਵਾਲਿਓ, ਜਿਵੇਂ ਕਈ ਵਾਰੀ ਅਸੀਂ ਕਿਸੇ ਵਿਅਕਤੀ ਬਾਰੇ ਜਿਹੋ ਜਿਹਾ ਸੁਣਦੇ ਨਾ, ਉਹੋ ਜਿਹਾ ਹੁੰਦਾ ਨਹੀਂ, ਉਹੋ ਜਿਹਾ ਦਾ ਜੀਵਨ ਨਹੀਂ ਹੁੰਦਾ, ਤੇ ਮਨ ਨੂੰ ਤਸੱਲੀ ਨਹੀਂ ਹੁੰਦੀ, ਖੁਸ਼ੀ ਨਹੀਂ ਮਿਲਦੀ। ਜਿਵੇਂ ਕੋਈ ਵੀ ਕੰਮ ਅਸੀਂ ਕਰਦੇ ਹਾਂ, ਤੇ ਜਿੰਨਾ ਚਿਰ ਮਨ ਨੂੰ ਤਸੱਲੀ ਨਾ ਮਿਲੇ, ਖੁਸ਼ੀ ਨਾ ਮਿਲੇ, ਉਨਾ ਚਿਰ ਸਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਨਾ ਅਸੀਂ ਉਸ ਕੰਮ ਨੂੰ ਹੱਥ ਪਾਉਂਦੇ। ਇਸੇ ਤਰ੍ਹਾਂ ਭੱਟ ਸਾਹਿਬਾਨ ਕਹਿੰਦੇ ਨੇ ਕਿ ਸਾਡੇ ਮਨ ਨੂੰ ਤਸੱਲੀ ਨਹੀਂ ਆਈ ਉਹਨਾਂ ਦੀ ਰਹਿਣੀ ਬਹਿਣੀ ਵੇਖ ਕੇ, ਉਹਨਾਂ ਦੀ ਜੀਵਨ ਜੁਗਤੀ ਵੇਖ ਕੇ। ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹਰ ਨਾਮ ਛੋੜ ਦੂਜੇ ਲੱਗੇ, ਕਹਿੰਦੇ ਉਹਨਾਂ ਲੋਕਾਂ ਦੇ ਗੁਣ ਮੈਂ ਕੀ ਆਖਾਂ। ਹੁਣ ਉਹਨਾਂ ਦੇ ਗੁਣ ਮੈਂ ਕੀ ਆਖਾਂ ਜਿਹੜੇ ਮਾਲਕ ਜੀ ਤੁਹਾਡੇ ਨਾਮ ਨੂੰ ਛੱਡ ਕੇ ਮਾਇਆ ਦੇ ਪਿਆਰ ਵਿੱਚ ਲੱਗੇ ਹੋਏ ਆ, ਜਿਹੜੇ ਤੁਹਾਡੇ ਨਾਮ ਨੂੰ ਛੱਡ ਕੇ ਮਾਇਆ ਮੋਹ ਦੇ ਪਦਾਰਥਾਂ ਵਿੱਚ ਜੁੜੇ ਹੋਏ। ਉਹਨਾਂ ਦੇ ਜੀਵਨ ਅੰਦਰ ਸਿਰਫ ਮਾਇਆ ਦਾ ਹੀ ਪਿਆਰ ਸੀ। ਗੁਰ ਦੇਈ ਮਿਲਾਇਓ ਭਿਖਿਆ, ਭੱਟ ਭਿੱਖਾ ਜੀ, ਜਿਵ ਤੂੰ ਰੱਖੈ ਤਿਵ ਰਹੋ। ਉਹੀ ਵਿਚਾਰ ਸਾਡੇ ਸਾਹਮਣੇ ਆ ਗਈ ਕਿ ਜਿਵ ਤੂੰ ਚਲਾਏ ਤਿਵ ਚੱਲੇ ਸੁਆਮੀ, ਜਿਵ ਤੂੰ ਰੱਖੈ ਤਿਵ ਰਹੋ। ਮਾਲਿਕ ਜੀ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ, ਹੇ ਗੁਰੂ ਅਮਰਦਾਸ ਪਿਆਰੇ ਹਰੀ ਨੇ ਮੈਨੂੰ ਭਿੱਖੇ ਨੂੰ ਕਹਿੰਦੇ ਤੂੰ ਮਿਲਾ ਦਿੱਤਾ ਆ। ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਚਰਨਾਂ ਨਾਲ ਸਾਨੂੰ ਮਿਲਾ ਦਿੱਤਾ। ਗੁਰੂ ਅਮਰਦਾਸ ਜੀ, ਜਿਵੇਂ ਤੂੰ ਰੱਖੇਗਾ ਮੈਂ ਉਵੇਂ ਹੀ ਰਵਾਂਗਾ।
हे गुरु अमरदास जी, जिमें तुसीं सानू रखोगे ਅਸੀਂ ਉਸੇ ਤਰ੍ਹਾਂ ਹੀ ਤੁਰਾਂਗੇ, ਉਸੇ ਤਰ੍ਹਾਂ ਅਸੀਂ ਜੀਵਨ ਬਤੀਤ ਕਰਾਂਗੇ। ਤੇ ਗੁਰੂ ਪਿਆਰ ਵਾਲਿਓ, ਗੁਰੂ ਸਾਨੂੰ ਕੋਈ ਮਾੜੀ ਥਾਂ ਤੇ ਨਹੀਂ ਰੱਖਣ ਲੱਗਾ। ਗੁਰੂ ਸਾਨੂੰ ਕੋਈ ਭੈੜੀ ਮੱਤ ਤਾਂ ਨਹੀਂ ਦੇਣ ਲੱਗਾ। ਗੁਰੂ ਸਾਡੇ ਜੀਵਨ ਨੂੰ ਗਲਤ ਰਾਹ ਉੱਤੇ ਨਹੀਂ ਤੋਰਨ ਲੱਗਾ। ਗੁਰੂ ਜੇਕਰ ਸਾਡੇ ਜੀਵਨ ਨੂੰ ਰੱਖੇਗਾ, ਚੰਗੀ ਥਾਂ ਤੇ ਚੰਗਾ ਜੀਵਨ, ਚੰਗੀ ਮੱਤ, ਚੰਗੀ ਸੋਝੀ ਦੇਵੇਗਾ। ਤੇ ਭੱਟ ਸਾਹਿਬਾਨ ਵੀ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇਹੀ ਆਖਦੇ ਨੇ ਕਿ ਜਿਵੇਂ ਤੁਸੀਂ ਸਾਨੂੰ ਰੱਖੋਗੇ ਉਵੇਂ ਹੀ ਸਾਡਾ ਜੀਵਨ ਜਿਹੜਾ ਰਹੇਗਾ। ਅਸੀਂ ਤੁਹਾਡੀ ਦਿੱਤੀ ਮੱਤ ਦੇ ਮੁਤਾਬਕ ਆਪਣੇ ਜੀਵਨ ਨੂੰ ਲੈ ਕੇ ਚੱਲਾਂਗੇ। ਤੇ ਗੁਰੂ ਪਿਆਰ ਵਾਲਿਓ, ਜਿਵੇਂ ਹੀ ਭੱਟ ਸਾਹਿਬਾਨ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ, ਗੁਰੂ ਦੀ ਦਿੱਤੀ ਮੱਤ ਮੁਤਾਬਕ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦਾ ਜੀਵਨ ਬਦਲ ਗਿਆ। ਤੇ ਉਹ ਆਖਣ ਲੱਗੇ, ਕੱਚੋ ਕੰਚਨ ਭਇਓ। ਉਹਨਾਂ ਨੇ ਜੀਵਨ ਅੰਦਰ ਇਹਨਾਂ ਵਿਚਾਰਾਂ ਨੂੰ ਮਹਿਸੂਸ ਕੀਤਾ, ਜੀਵਨ 'ਚ ਕਮਾਇਆ। ਫਿਰ ਉਹਨਾਂ ਨੇ ਆਖਿਆ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਆਖਣ ਲੱਗੇ ਕਿ ਜਿਸ ਮਨੁੱਖ ਨੇ ਵੀ ਗੁਰੂ ਦੇ ਸ਼ਬਦ ਨੂੰ ਕੰਨਾਂ ਦੇ ਨਾਲ ਸੁਣ ਲਿਆ, ਪਾਤਸ਼ਾਹ ਕਹਿੰਦੇ ਨੇ ਉਹ ਮਾਨੋ ਕੱਚ ਤੋਂ ਸੋਨਾ ਬਣ ਗਏ। ਉਹਨਾਂ ਦਾ ਜੀਵਨ ਸੋਨਾ ਬਣ ਗਿਆ। ਪਹਿਲਾਂ ਜੀਵਨ ਕੱਚ ਵਰਗਾ ਸੀ, ਕੱਚ ਦੀ ਕੋਈ ਕੀਮਤ ਨਹੀਂ ਸੀ। ਮਾੜੀ ਜੀ ਵੀ ਠੋਕਰ ਲੱਗਦੀ ਸੀ, ਕੱਚ ਟੁੱਟ ਜਾਂਦਾ ਸੀ। ਮਾੜੀ ਜੀ ਵੀ ਹਵਾ ਚੱਲਦੀ ਸੀ, ਮਾਇਆ ਦੀ, ਮੋਹ ਦੀ, ਲੋਭ ਦੀ, ਲਾਲਚ ਦੀ, ਜੀਵਨ ਜਿਹੜਾ ਡੋਲ ਜਾਂਦਾ ਸੀਗਾ। ਪਰ ਹੁਣ ਜਿਹੜਾ ਜੀਵਨ ਸੋਨੇ ਵਰਗਾ ਕੀਮਤੀ ਬਣ ਗਿਆ। ਕਹਿੰਦੇ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦਾ ਨਾਮ ਆਪਣੇ ਮੂੰਹ ਤੋਂ ਉਚਾਰਨ ਕੀਤਾ, ਜਿਨ੍ਹਾਂ ਨੇ ਸਤਿਗੁਰੂ ਨੂੰ, ਸਤਿਗੁਰੂ ਦੇ ਸ਼ਬਦ ਨੂੰ ਆਪਣੇ ਮੂੰਹ ਤੋਂ ਗਾਇਆ, ਆਪਣੇ ਮੂੰਹ ਤੋਂ ਸਿਫਤ ਸਲਾਹ ਕੀਤੀ, ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਪਹਿਲਾਂ ਜ਼ਹਿਰ ਵਰਗਾ ਸੀਗਾ ਉਹ ਅੰਮ੍ਰਿਤ ਬਣ ਗਿਆ। ਹੁਣ ਉਹਨਾਂ ਦੀ ਰਸਨਾ ਵੀ ਅੰਮ੍ਰਿਤ ਵਰਗੇ ਬੋਲ ਬੋਲਣੇ ਸ਼ੁਰੂ ਕਰਦੀ ਆ। ਹੁਣ ਉਹਨਾਂ ਦੀ ਰਸਨਾ ਜ਼ਹਿਰ ਵਰਗੇ ਬੋਲ ਨਹੀਂ ਬੋਲਦੀ। ਹੁਣ ਉਹਨਾਂ ਦੀ ਰਸਨਾ ਜਿਹੜੀ ਨਾ ਉਹ ਹਮੇਸ਼ਾ ਹੀ ਅੰਮ੍ਰਿਤ ਵਰਗੇ ਚੰਗੇ ਬੋਲ ਬੋਲਦੀ ਆ। ਪਾਤਸ਼ਾਹ ਕਹਿੰਦੇ ਨੇ ਲੋਹਿਓ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੇ। ਕਹਿੰਦੇ ਜਦੋਂ ਸਤਿਗੁਰ ਦੀ ਮਿਹਰ ਹੋਈ ਤਾਂ ਜੀਵ ਲੋਹੇ ਤੋਂ ਲਾਲ ਬਣ ਜਾਂਦਾ ਆ। ਲੋਹਾ ਤੇ ਲਾਲ, ਲੋਹੇ ਦੀ ਇੰਨੀ ਕੀਮਤ ਨਹੀਂ ਹੁੰਦੀ ਜਿੰਨੀ ਲਾਲਾਂ ਦੀ ਹੁੰਦੀ ਆ। ਭਾਵ ਕਿ ਜਿਹੜੇ ਲਾਲ, ਰਤਨ, ਜਵਾਹਰ, ਮਾਣਕ, ਇਹ ਸਾਰੇ ਬੜੇ ਕੀਮਤੀ ਮੋਤੀ ਹੁੰਦੇ ਨੇ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਲਾਲਾਂ ਵਰਗਾ ਬਣ ਜਾਂਦਾ ਆ। ਪਾਹਣ ਮਾਣਕ ਕਰੇ, ਗਿਆਨ ਗੁਰ ਕਹਿਓ ਵਿਚਾਰੇ। ਹੁਣ ਜਿਵੇਂ ਮਾਲਕ ਨੇ ਸਾਨੂੰ ਜਿਸ ਰਸਤੇ ਉੱਤੇ ਤੋਰਿਆ, ਅਸੀਂ ਉਸ ਰਸਤੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ। ਕਿਹੜਾ ਰਸਤਾ? ਹੁਕਮ ਰਜ਼ਾਈ ਚੱਲਣਾ। ਇਹ ਰਸਤਾ ਅਪਣਾ ਲਿਆ ਤੇ ਫਿਰ ਸਾਡਾ ਜੀਵਨ ਇਹੋ ਜਿਹਾ ਬਣ ਗਿਆ। ਪਾਤਸ਼ਾਹ ਕਹਿੰਦੇ ਨੇ ਫਿਰ ਜਿਨ੍ਹਾਂ ਨੇ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜੀਵਨ 'ਚ ਕਮਾਇਆ, ਜਪਿਆ, ਮਾਲਕ ਜੀ ਕਹਿੰਦੇ ਉਹ ਜਿਹੜੇ ਮਾਨੋ ਪੱਥਰਾਂ ਤੋਂ ਮਾਣਕ ਬਣ ਗਏ। ਮਾਣਕ ਜਿਹੜੇ ਕੀਮਤੀ ਮੋਤੀ, ਮੱਤ ਵਿੱਚ ਰਤਨ, ਜਵਾਹਰ, ਮਾਣਕ। ਮਾਣਕ ਦਾ ਅਰਥ ਕੀ ਹੈ? ਮੋਤੀ। ਕਹਿੰਦੇ ਉਹਨਾਂ ਦਾ ਜੀਵਨ ਪਹਿਲਾਂ ਪੱਥਰਾਂ ਵਰਗਾ ਸੀਗਾ, ਪਰ ਹੁਣ ਜੀਵਨ ਜਿਹੜਾ ਮਾਣਕ, ਮੋਤੀਆਂ ਵਰਗਾ ਕੀਮਤੀ ਬਣ ਗਿਆ। ਕਾਠੋ ਸ਼੍ਰੀ ਖੰਡ ਸਤਿਗੁਰ ਕੀਓ। ਕਹਿੰਦੇ ਉਹਨਾਂ ਮਨੁੱਖਾਂ ਦੇ, ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਜੀਵਨ ਲੱਕੜੀ ਵਰਗਾ ਸੀ, ਕਾਠ ਦਾ ਅਰਥ ਕੀ? ਲੱਕੜੀ। ਕਹਿੰਦੇ ਉਹਨਾਂ ਦਾ ਜੀਵਨ ਲੱਕੜੀ ਤੋਂ ਸ਼੍ਰੀ ਖੰਡ, ਚੰਦਨ ਵਰਗਾ ਬਣ ਗਿਆ। ਹੁਣ ਜਿਹੜੀ ਲੱਕੜ, ਉਹਦੀ ਇੰਨੀ ਕੀਮਤ ਨਹੀਂ ਹੁੰਦੀ ਜਿੰਨੀ ਚੰਦਨ ਦੀ ਲੱਕੜੀ ਦੀ ਕੀਮਤ ਆ। ਚੰਦਨ ਦੀ ਬੜੀ ਕੀਮਤ ਆ, ਚੰਦਨ ਦੀ ਬੜੀ ਖੁਸ਼ਬੂ ਪਿਆਰੀ ਆ। ਤੇ ਗੁਰੂ ਪਿਆਰ ਵਾਲੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਚੰਦਨ ਵਰਗਾ ਬਣ ਗਿਆ, ਖੁਸ਼ਬੂਦਾਰ ਬਣ ਗਿਆ। ਜਿਵੇਂ ਚੰਦਨ ਦੀ ਲੱਕੜੀ ਬੜੀ ਕੀਮਤੀ ਹੈ, ਇਸੇ ਤਰ੍ਹਾਂ ਮਨੁੱਖਾਂ ਦਾ ਜੀਵਨ ਵੀ ਕੀਮਤੀ ਬਣ ਗਿਆ। ਪਾਤਸ਼ਾਹ ਕਹਿੰਦੇ ਨੇ ਦੁੱਖ ਦਰਿੱਦਰ ਤਿਨਕੇ ਗਏ। ਕਹਿੰਦੇ ਜੀਵਨ 'ਚੋਂ ਸਾਰੇ ਦੁੱਖ, ਦਰਿੱਦਰ, ਇਹ ਸਭ ਕੁਝ ਖਤਮ ਹੋ ਗਿਆ, ਜੀਵਨ 'ਚੋਂ ਚਲਾ ਗਿਆ। ਪਾਤਸ਼ਾਹ ਕਹਿੰਦੇ ਨੇ ਸਤਿਗੁਰ ਚਰਨ ਜਿਨ ਪਰਸਿਆ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸੇ ਨੇ, ਸਤਿਗੁਰੂ ਦੀ ਮੱਤ ਅਪਣਾਈ ਆ, ਜੀਵਨ ਦੇ ਵਿੱਚ ਸਤਿਗੁਰੂ ਦੀ ਮੱਤ ਨੂੰ ਮੁਤਾਬਕ, ਸਤਿਗੁਰੂ ਦੇ ਮੱਤ ਮੁਤਾਬਕ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ।
ਪਾਤਸ਼ਾਹ ਕਹਿੰਦੇ ਨੇ ਸੇ ਪਸ਼ ਪ੍ਰੇਤ ਸੁਰ ਨਰ ਭਏ। ਮਾਲਕ ਜੀ ਕਹਿੰਦੇ ਉਹ ਪਸ਼ੂ ਤੇ ਪ੍ਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ। ਹੁਣ ਜਿਨ੍ਹਾਂ ਦਾ ਜੀਵਨ ਪਸ਼ੂਆਂ ਵਰਗਾ ਸੀ, ਭੂਤਾਂ ਵਰਗਾ ਸੀਗਾ, ਉਹਨਾਂ ਮਨੁੱਖਾਂ ਦਾ ਜੀਵਨ ਦੈਵੀ ਗੁਣਾਂ ਵਾਲਾ ਬਣ ਗਿਆ। ਉਹ ਮਨੁੱਖ ਬਣ ਗਏ, ਇਨਸਾਨ ਬਣ ਗਏ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਪੂਰੇ ਗੁਰੂ ਤੋਂ ਬਿਨਾ ਸਾਡਾ ਜੀਵਨ ਸ਼ੈਤਾਨਾਂ ਵਾਲਾ ਆ, ਸਾਡਾ ਜੀਵਨ ਭੂਤਾਂ ਪ੍ਰੇਤਾਂ ਵਰਗਾ ਆ। ਭੂਤ ਪ੍ਰੇਤ ਕੌਣ ਆ? ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ, ਜਿਨ੍ਹਾਂ ਦੇ ਅੰਦਰ ਗੁਣ ਨਹੀਂ ਹੈ, ਜਿਹੜੇ ਔਗਣਾਂ ਨਾਲ ਭਰੇ ਹੋਏ ਆ, ਉਹ ਸਾਰੇ ਭੂਤ ਆ, ਪ੍ਰੇਤ ਆ। ਤੇ ਮਾਲਕ ਜੀ ਕਹਿੰਦੇ ਉਹਨਾਂ ਮਨੁੱਖਾਂ ਦਾ ਜੀਵਨ ਦੈਵੀ ਗੁਣਾਂ ਵਾਲਾ ਬਣ ਗਿਆ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਨਾਲ ਜੀਵਨ ਜੋੜ ਲਿਆ। ਗੁਰੂ ਦੇ ਚਰਨਾਂ ਨਾਲ ਜੀਵਨ ਜੋੜਨਾ ਭਾਵ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲਣਾ, ਗੁਰੂ ਦੀ ਸਮਝ ਪ੍ਰਾਪਤ ਕਰਨੀ। ਪਾਤਸ਼ਾਹ ਜੀ ਕਹਿੰਦੇ ਨੇ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ। ਮਾਲਕ ਜੀ ਮੈਨੂੰ ਇੰਨੀ ਸਮਝ ਲੱਗੀ ਆ ਕਿ ਜਿਸ ਰਾਹੇ ਤੂੰ ਸਾਨੂੰ ਤੋਰਦਾ ਨਾ, ਉਸੇ ਰਾਹ ਅਸੀਂ ਤੁਰਦੇ ਹਾਂ। ਉਹ ਰਾਹ ਕਿਹੜਾ ਆ ਗੁਰੂ ਪਿਆਰ ਵਾਲਿਓ? ਆਨੰਦ ਵਾਲਾ ਰਾਹ, ਆਨੰਦ ਵਾਲਾ ਰਸਤਾ, ਖੇੜੇ ਵਾਲਾ ਰਸਤਾ, ਚੰਗੀ ਮੱਤ ਵਾਲਾ ਰਸਤਾ। ਸਾਨੂੰ ਗੁਰੂ ਇਸ ਰਾਹ ਉੱਤੇ ਤੁਰਦਾ ਆ। ਮਾਲਕ ਵਾਹਿਗੁਰੂ ਸਾਨੂੰ ਇਸ ਰਾਹ ਉੱਤੇ ਤੁਰਦਾ ਆ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਬੰਦਿਆਂ ਨੂੰ ਵੀ ਆਨੰਦ ਵਾਲੇ ਰਸਤੇ ਉੱਤੇ ਤੋਰਿਆ ਆ, ਜਾਂ ਰਸਤੇ ਆਨੰਦ ਵਾਲੇ ਰਸਤੇ ਉੱਤੇ ਜਿਹੜੇ ਮਨੁੱਖ ਵੀ ਤੁਰਿਆ, ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਖੇੜੇ ਨਾਲ, ਆਨੰਦ ਨਾਲ ਭਰ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ। ਸਾਨੂੰ ਜੀਵਾਂ ਨੂੰ ਮਾਲਕ ਜੀ ਜਿਸ ਰਸਤੇ ਉੱਤੇ ਤੂੰ ਤੁਰਨ ਵਾਸਤੇ ਪ੍ਰੇਰਦਾ ਨਾ, ਸਾਨੂੰ ਉਪਦੇਸ਼ ਦਿੰਦਾ ਆ, ਤਿਤ ਮਾਰਗ ਹਮ ਜਾਤੇ। ਮਾਲਕ ਜੀ ਅਸੀਂ ਤਾਂ ਉਸੇ ਰਸਤੇ ਉੱਤੇ ਹੀ ਤੁਰਦੇ ਹਾਂ। ਪਰ ਗੁਰੂ ਪਿਆਰ ਵਾਲਿਓ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚੱਲੀਏ। ਪਰ ਜਿਨ੍ਹਾਂ ਨੇ ਗੁਰੂ ਦੇ ਰਸਤੇ ਨੂੰ ਅਪਣਾ ਲਿਆ, ਉਹ ਤਾਂ ਜੀਵਨ ਦੇ ਵਿੱਚ ਸੁਖੀ ਆ, ਜੀਵਨ ਦੇ ਵਿੱਚ ਆਨੰਦ ਆ। ਉਹਨਾਂ ਦਾ ਜੀਵਨ ਘਰ-ਬਾਰ ਪਰਿਵਾਰ ਸਵਰਗ ਬਣ ਗਿਆ। ਪਰ ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਨਹੀਂ ਚੱਲਦੇ, ਉਹਨਾਂ ਦਾ ਘਰ ਤਾਂ ਨਰਕ ਬਣ ਗਿਆ। ਗੁਰੂ ਦਾ ਦੱਸਿਆ ਹੋਇਆ ਰਸਤਾ ਅਪਣਾ ਲਿਆ, ਸਵਰਗ ਬਣ ਗਿਆ। ਨਹੀਂ ਅਪਣਾਇਆ ਤੇ ਨਰਕ ਬਣ ਗਿਆ ਜੀਵਨ। ਅੱਜ ਸਾਡੇ ਸਮਾਜ ਵਿੱਚ, ਅੱਜ ਇਸੇ ਸੰਸਾਰ ਦੇ ਵਿੱਚ ਹੀ ਸਵਰਗ ਨਰਕ ਹੈ। ਕਿਤੇ ਹੋਰ ਜਾ ਕੇ ਸਵਰਗ ਨਰਕ ਲੱਭਣ ਦੀ ਲੋੜ ਨਹੀਂ। ਇੱਥੇ ਸਵਰਗ ਨਰਕ ਆ, ਸਭ ਕੁਝ ਇੱਥੇ ਹੀ ਹੈ। ਤੇ ਗੁਰੂ ਪਿਆਰ ਵਾਲਿਓ ਵੇਖੋ, ਹੁਣ ਜਿਸ ਘਰ ਦੇ ਅੰਦਰ, ਪਰਿਵਾਰ ਦੇ ਅੰਦਰ ਬੱਚੇ ਵੀ ਮਾਪਿਆਂ ਦੇ ਦੱਸੇ ਰਾਹ ਉੱਤੇ ਚੱਲਦੇ ਨਹੀਂ, ਬੱਚੇ ਵੀ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਰਹਿੰਦੇ, ਗਲਤ ਆਦਤਾਂ ਜੀਵਨ 'ਚ ਪਈਆਂ ਹੋਈਆਂ ਆ, ਮਾੜੀ ਸੰਗਤ ਬੱਚੇ ਕਰ ਰਹੇ ਆ, ਉਹ ਜਿਹੜਾ ਪਰਿਵਾਰ ਕੀ ਆ, ਉਹ ਨਰਕ ਵਿੱਚ ਆ। ਉਹ ਪਰਿਵਾਰ ਨਰਕ ਵਰਗਾ ਜੀਵਨ ਬਤੀਤ ਕਰ ਰਿਹਾ ਆ। ਤੇ ਗੁਰੂ ਪਿਆਰ ਵਾਲਿਓ ਅੱਜ ਹਰੇਕ ਘਰ, ਪੰਜਾਬ ਦੇ 1-2 ਘਰਾਂ ਨੂੰ ਛੱਡ ਕੇ ਬਹੁਤ ਥੋੜ੍ਹੇ ਘਰ ਆ ਜਿੱਥੇ ਨਸ਼ਾ ਨਹੀਂ ਹੈ। ਪਰ ਨਹੀਂ ਤਾਂ ਹਰੇਕ ਪੰਜਾਬ ਦਾ ਘਰ ਜਿੱਥੇ ਨਸ਼ਾ ਹੀ ਨਸ਼ਾ ਚੱਲ ਰਿਹਾ, ਜਿੱਥੇ ਨੌਜਵਾਨ ਬੱਚੇ ਬੱਚੀਆਂ ਨਸ਼ੇ ਵਿੱਚ ਪਏ ਹੋਏ ਆ, ਉਹ ਤਾਂ ਨਰਕ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਨਾ। ਉਹ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਨਹੀਂ ਚੱਲ ਰਹੇ। ਉਹਨਾਂ ਨੂੰ ਆਪਣੇ ਵਿਰਸੇ ਬਾਰੇ, ਆਪਣੇ ਇਤਿਹਾਸ ਬਾਰੇ, ਗੁਰੂ ਦੀ ਬਾਣੀ ਬਾਰੇ ਦੱਸਿਆ ਨਹੀਂ ਗਿਆ, ਜਾਂ ਉਹਨਾਂ ਨੂੰ ਇਸ ਬਾਰੇ ਸਮਝ ਦਿੱਤੀ ਗਈ, ਨਾ ਕਦੀ ਪ੍ਰੇਰਿਆ ਗਿਆ। ਤੇ ਗੁਰੂ ਪਿਆਰ ਵਾਲੇ ਉਹ ਤਾਂ ਹੀ ਹੋ ਸਕਦਾ ਸੀ ਨਾ ਜੇਕਰ ਮਾਪੇ ਉਸ ਰਸਤੇ ਉੱਤੇ ਚੱਲਦੇ ਤੇ ਬੱਚੇ ਵੀ ਆਪਣੇ ਆਪ ਹੀ ਚੱਲ ਪੈਂਦੇ। ਪਰ ਹੋਇਆ ਕਿ ਬਾਪ ਰਾਤ ਨੂੰ ਸ਼ਰਾਬ ਪੀ ਕੇ ਨਸ਼ਾ ਕਰਕੇ ਘਰ ਆ ਜਾਂਦਾ ਆ, ਤੇ ਘਰ ਵਾਲੀ ਵੀ ਡਰਦੀ ਵਿਚਾਰੀ ਬੜੀਆਂ ਤਾਜ਼ੀਆਂ ਰੋਟੀਆਂ ਲਿਆ ਕੇ ਦਿੰਦੀ ਆ। ਤੇ ਬੱਚਾ ਵੇਖਦਾ ਆ ਕਿ ਬਾਪੂ ਬੜਾ ਚੰਗਾ ਕੰਮ ਕਰਕੇ ਆਇਆ, ਜਿਸ ਕਰਕੇ ਮਾਂ ਨੇ ਉੱਠ ਕੇ ਇਹਨੂੰ ਬੜੀਆਂ ਤਾਜ਼ੀਆਂ ਪ੍ਰਸ਼ਾਦੇ ਲਾ ਕੇ ਰੋਟੀ ਲਿਆ ਕੇ ਦਿੱਤੀ ਆ, ਬੜੀ ਸੇਵਾ ਇਹਦੀ ਹੋ ਰਹੀ ਆ। ਤੇ ਬੱਚਾ ਵੀ ਆਪਣੇ ਮਨ ਵਿੱਚ ਸੋਚਦਾ ਆ, ਤਸਵੀਰ ਬਣਾ ਲੈਂਦਾ ਆ ਕਿ ਜੇਕਰ ਮੈਂ ਵੀ ਬਾਪ ਦੀ ਤਰ੍ਹਾਂ ਇਸ ਤਰ੍ਹਾਂ ਦੇ ਕੰਮ ਕਰਾਂਗਾ ਤਾਂ ਮੇਰੀ ਸੇਵਾ ਵੀ ਬੜੀ ਹੋਵੇਗੀ। ਤੇ ਗੁਰੂ ਪਿਆਰ ਵਾਲਿਓ ਹੁਣ ਪਰਿਵਾਰ ਦੇ ਅੰਦਰ ਹੀ ਜਿਵੇਂ ਜੇ ਮਾਪੇ ਉਸ ਰਸਤੇ ਉੱਤੇ ਲੱਗੇ ਹੋਏ ਆ, ਜੇ ਬਾਪ ਨਸ਼ਾ ਕਰਦਾ ਆ ਤੇ ਸਮਾਂ ਪਾ ਕੇ ਨਾ ਸਮਝੋ ਕਿ ਸਾਡੇ ਬੱਚੇ ਨਸ਼ਾ ਨਹੀਂ ਕਰਨਗੇ,
ਕਿਉਂਕਿ ਉਹਨਾਂ ਨੂੰ, ਕਿਉਂਕਿ ਸਾਡਾ ਜੀਵਨ ਬੱਚਿਆਂ ਦਾ ਰੋਲ ਮਾਡਲ ਆ। ਬੱਚਿਆਂ ਨੇ ਸਾਡੇ ਜੀਵਨ ਵੱਲ ਵੇਖ ਕੇ ਸਿੱਖਣਾ ਆ। ਤੇ ਜੇਕਰ ਮਾਂ-ਬਾਪ ਚੰਗੇ ਪਾਸੇ ਲੱਗਣਗੇ, ਚੰਗੇ ਕੰਮ ਕਰਨਗੇ, ਤੇ ਬੱਚੇ ਆਪਣੇ ਆਪ ਹੀ ਉਸ ਰਾਹ ਉੱਤੇ ਚੱਲਣਗੇ। ਸਾਨੂੰ ਭਰੋਸਾ ਹੋਵੇਗਾ ਆਪਣੇ ਬੱਚਿਆਂ 'ਤੇ, ਵਿਸ਼ਵਾਸ ਹੋਵੇਗਾ। ਪਰ ਜਦੋਂ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਜਾਂਦੇ ਨਾ, ਫਿਕਰ ਜਿਹਾ ਲੱਗਾ ਰਹਿੰਦਾ ਹੈ ਕਿ ਬੱਚਾ ਕਿਤੇ ਗਲਤ ਜਗ੍ਹਾ 'ਤੇ ਨਾ ਚਲਾ ਜਾਵੇ, ਬੱਚਾ ਕਿਤੇ ਵਿਗੜ ਨਾ ਜਾਵੇ, ਕਿਉਂਕਿ ਸਾਨੂੰ ਭਰੋਸਾ ਨਹੀਂ, ਅਸੀਂ ਆਪਣਾ ਭਰੋਸਾ ਨਹੀਂ ਉਹਨਾਂ 'ਤੇ ਬਣਾ ਪਾਏ, ਅਸੀਂ ਵਿਸ਼ਵਾਸ ਨਹੀਂ ਬਣਾ ਪਾਏ। ਤੇ ਗੁਰੂ ਪਿਆਰ ਵਾਲਿਓ, ਸਮਾਂ ਪਾ ਕੇ ਉਹ ਬੱਚਾ ਫਿਰ ਵਿਗੜ ਜਾਂਦਾ, ਨਸ਼ੇ ਕਰਦਾ ਆ। ਤੇ ਕਈ ਵਾਰੀ ਕੀ ਹੁੰਦਾ, ਅੱਜ ਧੀਆਂ ਨੂੰ ਜੰਮਣ ਤੋਂ ਲੋਕ ਕਿਉਂ ਡਰਦੇ ਨੇ? ਕਾਰਨ ਕੀ ਆ ਕਿ ਉਹਨਾਂ ਨੂੰ ਰਿਸ਼ਤੇ ਚੰਗੇ ਨਹੀਂ ਲੱਭਦੇ, ਪਰਿਵਾਰ ਨਹੀਂ ਚੰਗੇ ਲੱਭਦੇ। ਹਰੇਕ ਦੂਏ ਘਰ ਵਿੱਚ ਜੇਕਰ ਇੱਕ ਇਕੱਲਾ ਨੌਜਵਾਨ ਪੁੱਤਰ ਆ ਤੇ ਉਹ ਵੀ ਨਸ਼ਿਆਂ ਤੇ ਲੱਗਾ ਹੋਇਆ। ਜੇ 10-12 ਕਿੱਲੇ ਜ਼ਮੀਨ ਦੇ ਆ, ਉਹਨਾਂ 10-12 ਕਿੱਲੇ ਜ਼ਮੀਨ ਦਿਆਂ ਨੂੰ ਕੀ ਕਰਨਾ ਜੇਕਰ ਸਾਡਾ ਇੱਕੋ ਇੱਕ ਬੱਚਾ ਵੀ ਨਸ਼ਿਆਂ ਤੇ ਲੱਗਿਆ ਹੋਇਆ, ਇੱਕੋ ਇੱਕ ਬੱਚਾ ਸਾਡੇ ਕਹਿਣੇ ਤੋਂ ਬਾਹਰ ਆ। ਉਹ ਸਾਰੀ ਉਹਨੇ ਜ਼ਮੀਨ, ਤੁਹਾਡੀ ਕੀਤੀ ਹੋਈ ਕਮਾਈ, ਉਹਨੇ ਨਸ਼ੇ ਵਿੱਚ ਜਿਹੜੀ ਉਹਨੇ ਵੇਚ ਕੇ ਖਾ ਲੈਣੀ ਆ। ਤੇ ਗੁਰੂ ਪਿਆਰ ਵਾਲਿਓ, ਹੁਣ ਜਿਹੜੀ ਵੇਖੋ, ਇੱਕ ਜਿਹੜਾ ਮਨੁੱਖ ਆ ਕਿਸੇ ਦੁਕਾਨ ਤੇ ਬੈਠਾ ਹੋਇਆ ਤੇ ਗੁਰੂ ਪਿਆਰ ਵਾਲਿਓ ਉਹ ਸ਼ਰਾਬ ਪੀ ਰਿਹਾ, ਨਸ਼ਾ ਕਰ ਰਿਹਾ ਆ। ਹੁਣ ਠੇਕੇ ਤੇ ਬੈਠਾ ਹੋਇਆ ਨਸ਼ਾ ਕਰ ਰਿਹਾ ਤੇ ਉਹ ਕਹਿ ਰਿਹਾ ਆ ਕਿ ਭਾਈ, ਹੁਣ ਸਾਹਮਣੇ ਗਲਾਸੀ ਰੱਖੀ ਹੋਈ ਆ, ਨਸ਼ਾ ਕਰ ਰਿਹਾ ਹੈ ਤੇ ਕਹਿ ਰਿਹਾ ਆ ਕਿ ਇਸ ਗਲਾਸੀ ਨੂੰ, ਇਸ ਬੋਤਲ ਨੂੰ ਕਹਿੰਦਾ ਕਿ ਤੂੰ ਮੇਰਾ ਸਭ ਕੁਝ ਖਾ ਲਿਆ, ਸਭ ਕੁਝ ਖਾ ਲਿਆ। ਪਰ ਗੁਰੂ ਪਿਆਰ ਕਿਵੇਂ ਖਾਧਾ? ਕਿਉਂਕਿ ਨਸ਼ੇ ਨੇ ਸਭ ਕੁਝ ਵੇਚ ਦਿੱਤਾ, ਨਸ਼ੇ ਬਦਲੇ ਸਭ ਕੁਝ ਬਰਬਾਦ ਕਰ ਦਿੱਤਾ। ਆਪਣੇ ਨਸ਼ੇ ਨੂੰ ਪੂਰਾ ਕਰਨ ਵਾਸਤੇ ਅੱਜ ਪਰਿਵਾਰਾਂ ਦੇ, ਘਰਾਂ ਦੇ ਘਰ ਬਰਬਾਦ ਹੋ ਰਹੇ ਨੇ। ਤੇ ਗੁਰੂ ਪਿਆਰ ਵਾਲਿਓ, ਹੁਣ ਜਿਹੜੇ ਰਸਤੇ ਉੱਤੇ ਸਤਿਗੁਰੂ ਨੇ ਸਾਨੂੰ ਤੋਰਿਆ ਸੀ, ਉਸ ਰਸਤੇ ਉੱਤੇ ਅਸੀਂ ਤੁਰੇ ਨਹੀਂ। ਹੁਣ ਜੇ ਅਸੀਂ ਨਸ਼ੇ ਦੀ ਗੱਲ ਕਰ ਲਈਏ, ਸਤਿਗੁਰੂ ਨੇ ਤਾਂ ਪਹਿਲਾਂ ਹੀ ਕਿੰਨਾ ਚਿਰ ਹੋ ਗਿਆ ਗੁਰਬਾਣੀ 'ਚ ਲਿਖ ਦਿੱਤਾ ਭਾਈ ਕਿ ਜਿਹੜਾ ਨਸ਼ਾ ਕਰਨਾ ਤੇਰੇ ਜੀਵਨ ਵਾਸਤੇ ਮਾੜਾ ਆ। ਜੇਕਰ ਨਸ਼ੇ ਦਾ ਅਸੀਂ ਮੀਨਿੰਗ ਸਮਝੀਏ, ਨਸ਼ੇ ਦਾ ਅਰਥ ਹੁੰਦਾ ਹੈ ਨਾਸ਼ ਕਰਨਾ, ਜੀਵਨ ਨੂੰ ਖਤਮ ਕਰ ਦੇਣਾ। ਪਰ ਅਸੀਂ ਇਸ ਵਿਚਾਰ ਨੂੰ ਸਮਝਦੇ ਨਹੀਂ। ਅਸੀਂ ਫਿਰ ਵੀ ਪੜ੍ਹੇ ਲਿਖੇ ਹੋ ਕੇ ਵੀ ਫਿਰ ਉਸੇ ਰਸਤੇ ਉੱਤੇ ਤੁਰਦੇ ਹਾਂ। ਫਿਰ ਜਦੋਂ ਸਮਾਂ ਪਾ ਕੇ ਫਿਰ ਬੱਚੇ ਲੁਕ ਕੇ ਨਸ਼ਾ ਕਰਦੇ ਆ, ਸਿਗਰਟਾਂ ਪੀਂਦੇ ਆ, ਹੋਰ ਕੈਪਸੂਲ ਖਾਂਦੇ ਆ, ਚਿੱਟਾ ਲਾਉਂਦੇ ਆ, ਬੜਾ ਕੁਝ, ਕਈ ਪ੍ਰਕਾਰ ਦੇ ਨਸ਼ੇ ਆ ਜਿਹੜਾ ਅੱਜ ਸਾਡੇ ਨੌਜਵਾਨ ਬੱਚੇ ਬੱਚੀਆਂ ਕਰ ਰਹੇ ਨੇ। ਤੇ ਗੁਰੂ ਪਿਆਰ ਵਾਲੇ ਉਹਦਾ ਕਾਰਨ ਕੀ? ਅਸੀਂ ਉਹਨਾਂ ਨੂੰ ਸਮਝ, ਉਹਨਾਂ ਨੂੰ ਸਿੱਖਿਆ, ਉਹਨਾਂ ਦਾ ਮਾਹੌਲ ਇਹੋ ਜਿਹਾ ਨਹੀਂ ਦਿੱਤਾ, ਉਹਨਾਂ ਨੂੰ ਸੰਗਤ ਚੰਗੀ ਨਹੀਂ ਮਿਲੀ। ਤੇ ਗੁਰੂ ਪਿਆਰ ਵਾਲਿਓ, ਸਮਾਂ ਪਾ ਕੇ ਫਿਰ ਉਹ ਮਾਪੇ ਜਿਹੜੇ ਜਿਨ੍ਹਾਂ ਨੇ ਆਸਾਂ ਰੱਖੀਆਂ ਹੁੰਦੀਆਂ ਕਿ ਸਾਡੇ ਬੱਚਿਆਂ ਦੇ ਵਿਆਹ ਹੋਣਗੇ, ਇਹ ਸਾਨੂੰ ਪਾਲਣਗੇ, ਸਾਨੂੰ ਰੋਟੀ ਪਾਣੀ ਪਕਾ ਕੇ ਦੇਣਗੇ, ਸਾਡੀ ਸੇਵਾ ਕਰਨਗੇ, ਪਰ ਇਹ ਥੋੜ੍ਹਾ ਪਤਾ ਕਿ ਇਹਨਾਂ ਦੇ ਕਾਰਜ ਹੋਣ ਤੋਂ ਪਹਿਲਾਂ ਇਹਨਾਂ ਨੇ ਸੰਸਾਰ ਤੋਂ ਚਲੇ ਜਾਣਾ। ਕੀ ਪਤਾ ਸਾਨੂੰ ਇਹਨਾਂ ਵਾਸਤੇ ਕਿਵੇਂ ਰੋਣਾ ਪੈਣਾ। ਗੁਰੂ ਪਿਆਰ ਵਾਲਿਓ, ਸਾਰੀ ਉਮਰ ਅਰਦਾਸਾਂ ਕਰ ਕਰਕੇ, ਬੇਨਤੀਆਂ ਕਰ ਕਰਕੇ, ਜੋਦੜੀਆਂ ਕਰ ਕਰਕੇ, ਮੰਨਤਾਂ ਮੰਨ ਕੇ, ਸੁਖਣਾ ਸੁੱਖ ਕੇ ਇੱਕ ਪੁੱਤਰ ਦੀ ਦਾਤ ਪ੍ਰਾਪਤ ਕੀਤੀ। ਪਰ ਜੇਕਰ ਉਹ ਵੀ ਸਹੀ ਰਾਹ 'ਤੇ ਨਹੀਂ ਲੱਗਾ ਤੇ ਸਾਡੀ ਕੀਤੀ ਹੋਈ ਮਿਹਨਤ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਮਾਲਕ ਜੀ ਬਚਨ ਇਹੀ ਕਰਦੇ ਨੇ ਕਿ ਭਲਿਆ ਜਿਸ ਰਸਤੇ ਉੱਤੇ ਸਤਿਗੁਰੂ ਜੀ ਸਾਨੂੰ ਤੋਰਦੇ ਨਾ, ਉਸ ਰਸਤੇ ਉੱਤੇ ਚੱਲ। ਤੇ ਗੁਰੂ ਸਾਨੂੰ ਕਦੇ ਵੀ ਸਹੀ ਰਾਹ ਤੋਂ ਬਜਾਏ ਗਲਤ ਰਾਹ 'ਤੇ ਨਹੀਂ ਤੋਰਨਗੇ, ਹਮੇਸ਼ਾ ਹੀ ਚੰਗੇ ਰਾਹ ਉੱਤੇ ਤੁਰਦਾ ਆ। ਗੁਰੂ ਸਾਨੂੰ ਹਮੇਸ਼ਾ ਹੀ ਚੰਗੇ ਰਾਹਾਂ ਉੱਤੇ ਤੁਰਨ ਵਾਸਤੇ ਉਪਦੇਸ਼ ਕਰਦਾ ਆ। ਤੇ ਗੁਰੂ ਪਿਆਰ ਵਾਲੇ ਸਾਨੂੰ ਸਮਝਣ ਦੀ ਲੋੜ ਆ। ਤੇ ਅੱਜ ਅਸੀਂ ਆਪਣੀਆਂ ਧੀਆਂ ਦੇ ਵਾਸਤੇ ਚੰਗੇ ਰਿਸ਼ਤੇ ਲੱਭਦੇ ਹਾਂ, ਤੇ ਚੰਗੇ ਰਿਸ਼ਤੇ ਤਾਂ ਹੀ ਮਿਲਣਗੇ ਜੇਕਰ ਸਾਡੇ ਨੌਜਵਾਨ ਵੀ ਚੰਗੇ ਬੱਚੇ ਸਹੀ ਜਗ੍ਹਾ 'ਤੇ ਲੱਗੇ ਹੋਣਗੇ। ਉਹ ਕਮਾਈ ਕਰੇ, ਮਿਹਨਤ ਕਰੇ, ਭਾਵੇਂ ਜਿੰਨੀ ਮਰਜ਼ੀ ਪ੍ਰੋਪਰਟੀ ਆ, ਪਰ ਜੇਕਰ, ਕਿਉਂਕਿ ਸਾਨੂੰ ਵੇਖਣਾ ਪੈਣਾ ਕਿ ਜਿਸ ਦੇ ਨਾਲ ਸਾਡੀ ਧੀ ਨੇ ਸਾਰੀ ਉਮਰ ਕੱਟਣੀ ਆ, ਅਸੀਂ ਉਹਨੂੰ ਵੇਖਣਾ, ਉਹਦੇ ਅੰਦਰ ਗੁਣ ਵੇਖਣੇ। ਤੇ ਕਈ ਵਾਰੀ ਕੀ ਹੁੰਦਾ, ਬੰਦਾ ਪੈਸੇ ਦੇ ਬਦਲੇ, ਲਾਲਚ ਦੇ ਬਦਲੇ ਕਿਸੇ ਦੀ ਧੀ ਦਾ ਰਿਸ਼ਤਾ ਨਸ਼ੇੜੀ ਨਾਲ ਕਰਾ ਦਿੱਤਾ ਜਾਂ ਧੋਖੇ ਵਿੱਚ ਰੱਖ ਕੇ, ਓਲਾ ਰੱਖ ਕੇ ਉਹ ਨਸ਼ੇ ਨਾਲ ਕਰਾ ਜਾਂਦਾ। ਨਸ਼ੇ ਨਾਲ ਜਿਹੜਾ ਉਹਦਾ ਜੀਵਨ ਜਿਹੜਾ ਜੋੜ ਦਿੱਤਾ ਜਾਂਦਾ ਆ। ਫਿਰ ਉਹ ਸਾਰੀ ਉਮਰ ਹੀ ਨਰਕ ਭਰੀ ਜ਼ਿੰਦਗੀ ਭੋਗਦੀ ਆ। ਫਿਰ ਗੁਰੂ ਪਿਆਰ ਵਾਲਿਓ, ਇੱਕ ਜਗ੍ਹਾ ਨਹੀਂ, ਫਿਰ ਪਤਾ ਨਹੀਂ ਕਿੰਨੀ ਜਗ੍ਹਾ ਉਹ ਵਿਆਹੀ ਜਾਂਦੀ ਆ, ਉਹਦੇ
ਕਿੰਨਾ ਜੀਵਨ ਬਰਬਾਦ, ਜ਼ਿੰਦਗੀ ਬਰਬਾਦ ਹੋ ਜਾਂਦੀ। ਪਰ ਸੋਚਣਾ ਚਾਹੀਦਾ ਕਿ ਮੈਂ ਆਪਣੇ ਸਵਾਰਥ ਨੂੰ, ਲਾਲਚ ਨੂੰ ਪੂਰਾ ਕਰਨ ਵਾਸਤੇ ਕਿਸੇ ਵੀ ਨਸ਼ੇ ਵਾਲੇ ਮਨੁੱਖ ਦੇ ਨਾਲ ਆਪਣੀ ਧੀ ਦਾ, ਚਾਹੇ ਕਿਸੇ ਵੀ ਧੀ ਦਾ ਉਹ ਕਾਰਜ ਜਾਂ ਰਿਸ਼ਤਾ ਨਾ ਕਰਾਵਾਂ। ਸਿਰਫ ਆਪਣੇ ਸਵਾਰਥ ਨੂੰ ਨਾ ਵੇਖੀਏ। ਗੁਰੂ ਪਿਆਰ ਵਾਲੇ, ਜੇਕਰ ਅੱਜ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਦੇ ਆ ਤੇ ਸਮਾਂ ਸਾਡੇ ਵਾਸਤੇ ਵੀ ਅੱਗੇ ਖੜਾ ਆ, ਤੇ ਸਾਡੀ ਧੀਆਂ ਦੀ ਜ਼ਿੰਦਗੀ ਵੀ ਬਰਬਾਦ ਹੋਵੇਗੀ ਜੇਕਰ ਅਸੀਂ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਾਂਗੇ। ਤੇ ਗੁਰੂ ਪਿਆਰ ਵਾਲੇ, ਕਈ ਵਾਰ ਤਾਂ ਇਹ ਗੱਲ ਕਹਿ ਕੇ ਕਿ ਭਾਈ ਇਹ ਨਸ਼ਾ ਕਰਦਾ, ਚਲੋ ਕੋਈ ਨਹੀਂ, ਜਦੋਂ ਵਿਆਹ ਹੋ ਗਿਆ ਸੁਧਰ ਜਾਵੇਗਾ, ਚੰਗੇ ਪਾਸੇ ਲੱਗ ਜਾਓ। ਕਿੰਨੇ ਕਾ ਜਿਹੜੇ ਵਿਆਹ ਹੋਣ ਤੋਂ ਬਾਅਦ ਨਸ਼ਾ ਕਰਨੇ ਛੱਡ ਜਾਂਦੇ ਆ, ਜਿਹੜੇ ਮਾੜੀਆਂ ਆਦਤਾਂ ਕਰਨੀਆਂ ਛੱਡ ਦਿੰਦੇ। ਭਾਈ ਜਦੋਂ ਜ਼ਿੰਮੇਵਾਰੀਆਂ ਪੈਣਗੀਆਂ ਆਪਣੇ ਆਪ ਹੀ ਸੁਧਰ ਜਾਵੇਗਾ। ਉਹ ਜ਼ਿੰਮੇਵਾਰੀਆਂ ਜਿਹੜੀਆਂ ਬਾਅਦ 'ਚ ਪਾਉਣੀਆਂ, ਪਹਿਲੇ ਤੁਸੀਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪਾ ਕੇ ਵੇਖ ਲਓ ਕਿ ਸੁਧਰਦਾ ਕਿ ਨਹੀਂ ਸੁਧਰਦਾ। ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਨੀ। ਤੇ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਇਹ ਕਹਿੰਦੇ ਕਿ ਜਿਵ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਮਾਲਕ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਤੂੰ ਸਾਨੂੰ ਜੀਵਾਂ ਨੂੰ ਤੋਰਦਾ, ਤਿਵੇਂ ਅਸੀਂ ਤੇਰੇ ਦੱਸੇ ਹੋਏ ਰਸਤੇ ਉੱਤੇ ਤੁਰਦੇ ਹਾਂ। ਜਿਵ ਤੂੰ ਚਲਾਏ ਤਿਵੇਂ ਚੱਲੇ, ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵੇ। ਮਾਲਕ ਜੀ, ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਨਾ, ਉਹ ਤੇਰੇ ਨਾਮ ਦੇ ਵਿੱਚ ਜੁੜਦੇ ਆ। ਤੇ ਕਿਰਪਾ ਤੇ ਉਹਨਾਂ ਤੇ ਹੋਣੀ ਨਾ ਜਿਹੜੇ ਉਹਦੇ ਦੱਸੇ ਹੋਏ ਰਸਤੇ ਉੱਤੇ ਚੱਲਣਗੇ। ਹੁਣ ਕਿਰਪਾ ਉਹਦੇ ਉੱਤੇ ਤੇ ਨਹੀਂ ਹੋਣੀ ਜਿਹੜਾ ਗੁਰੂ ਦਾ ਰਸਤਾ ਅਪਣਾਉਂਦਾ ਹੀ ਨਹੀਂ, ਗੁਰੂ ਵੱਲ ਆਪਣੇ ਜੀਵਨ ਨੂੰ ਤੋਰਦਾ ਹੀ ਨਹੀਂ, ਜੀਵਨ 'ਚ ਕਦੇ ਗੁਰੂ ਨਾਲ ਜੁੜਦਾ ਹੀ ਨਹੀਂ। ਅਸਲ ਵਿੱਚ ਕਿਰਪਾ ਉਹਦੇ ਤੇ ਹੋਣੀ ਆ, ਉਹਨੇ ਨਾਮ ਤੇ ਆਉਣਾ ਆ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਆ। ਕਿਰਪਾ ਕਿਤੇ ਹੋਣੀ ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲੇਗਾ। ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਵੀ ਤੇਰੇ ਮਾਰਗ ਤੇ ਚੱਲਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ, ਉਹਨਾਂ ਮਨੁੱਖਾਂ ਦੇ ਚਰਨ ਬੜੇ ਸੋਹਣੇ ਆ, ਬੜੇ ਚੰਗੇ ਆ, ਉਹਨਾਂ ਦਾ ਜੀਵਨ ਵੀ ਬੜਾ ਚੰਗਾ ਆ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ। ਮਾਲਿਕ ਜੀ ਕਹਿੰਦੇ, ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ ਜਿਹੜੇ ਤੇਰੇ ਦੱਸੇ ਹੋਏ ਮਾਰਗ ਉੱਤੇ ਚੱਲਦੇ ਨੇ। ਨੈਣ ਨਿਹਾਲੀ ਤਿਸ ਪੁਰਖ ਦਿਆਲੇ। ਮਾਲਿਕ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਉਸ ਦਇਆ ਦੇ ਸੋਮੇ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਆ। ਮਨ ਦੇਵਾਂ ਤਿਸੇ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪਣਾ ਮਨ ਉਸ ਸੱਜਣ ਦੇ ਹਵਾਲੇ ਕਰਦੇ ਹਾਂ, ਕਹਿੰਦੇ ਜਿਸ ਨੇ ਗੁਰੂ ਨੂੰ ਮਿਲ ਕੇ ਪ੍ਰਭੂ ਨੂੰ ਲੱਭ ਲਿਆ ਆ, ਜਿਸ ਨੇ ਆਪਣੇ ਜੀਵਨ ਨੂੰ ਮਾਲਕ ਵਾਹਿਗੁਰੂ ਨਾਲ ਜੋੜ ਲਿਆ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਜੇਕਰ ਗੁਰੂ ਹੀ ਸਾਨੂੰ ਸਹੀ ਰਾਹ ਵਿਖਾਵੇਗਾ, ਪਰ ਪਾਤਸ਼ਾਹ ਇਹ ਵੀ ਕਹਿੰਦੇ ਨੇ ਕਿ ਗੁਰੂ ਸਦਾਏ ਅਗਿਆਨੀ ਅੰਧਾ। ਕਹਿੰਦੇ ਜਿਹੜਾ ਗੁਰੂ ਆਪ ਤਾਂ ਗਿਆਨ ਤੋਂ ਸਖਣਾ ਆ, ਆਪ ਅੰਨਾ ਆ। ਸੰਸਾਰ ਵਿੱਚ ਬੜੇ ਇਹੋ ਜਿਹੇ ਅਗਿਆਨੀ ਗੁਰੂ ਆ ਜਿਨ੍ਹਾਂ ਦੇ ਮਗਰ ਸਾਡਾ ਜੀਵਨ ਲੱਗਿਆ ਹੋਇਆ ਹੈ। ਅਸੀਂ ਤੁਰ ਰਹੇ ਹਾਂ ਪਰ ਸਾਨੂੰ ਉਹ ਸਹੀ ਰਾਹ ਤੇ ਨਹੀਂ ਪਾ ਰਹੇ, ਗਲਤ ਰਾਹ ਤੇ ਪਾ ਰਹੇ। ਗੁਰੂ ਸਦਾਏ ਗਿਆਨੀ ਅੰਧਾ, ਕਿਸ ਉਹ ਮਾਰਗ ਪਾਏ। ਕਹਿੰਦੇ ਉਹ ਸਾਨੂੰ ਕਿਹੜੇ ਰਾਹ ਤੇ ਤੋਰ ਸਕਦਾ, ਸਾਨੂੰ ਕਦੇ ਵੀ ਸਹੀ ਰਾਹ ਉੱਤੇ, ਸਹੀ ਜੀਵਨ ਦੇ ਰਸਤੇ ਉੱਤੇ ਨਹੀਂ ਤੋਰ ਸਕਦਾ। ਜਿਹੜਾ ਆਪ ਗਿਆਨ ਤੋਂ ਸਖਣਾ ਆ, ਜਿਹਨੂੰ ਆਪ ਸਮਝ ਨਹੀਂ ਹੈ, ਜਿਹੜਾ ਆਪ ਗਲਤ ਰਸਤੇ ਤੁਰਿਆ ਹੋਇਆ, ਗੁਰੂ ਪਿਆਰ ਵਾਲਿਓ, ਉਹਦੇ ਮਗਰ ਉਹੀ ਤੁਰੇਗਾ ਜਿਹੜਾ ਆਪ ਗਲਤ ਹੋਵੇਗਾ। ਪਾਤਸ਼ਾਹ ਜੀ ਕਹਿੰਦੇ ਨੇ, ਜਿਵ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਹੇ ਮਾਲਕ ਜੀ, ਜਿਸ ਮਨੁੱਖ ਨੂੰ ਤੂੰ ਆਪਣੀ ਸਿਫਤ ਸਲਾਹ ਦੀ ਬਾਣੀ ਸੁਣਾਉਂਦਾ ਨਾ, ਪਾਤਸ਼ਾਹ ਕਹਿੰਦੇ ਨੇ ਸੁਣਨ ਵੱਲ ਪ੍ਰੇਰਦਾ ਆ। ਮਾਲਕ ਜੀ ਕਹਿੰਦੇ ਉਹ ਗੁਰੂ ਦੇ ਦਰ ਤੇ ਆ ਕੇ ਆਤਮਿਕ ਸੁਖ ਪ੍ਰਾਪਤ ਕਰਦਾ ਆ। ਸਾਨੂੰ ਸੁਖ ਕਿਤੋਂ ਪ੍ਰਾਪਤ ਹੋਣਾ? ਗੁਰੂ ਦੇ ਦਰ ਤੋਂ। ਹੁਣ ਗੁਰੂ ਦਾ ਦਰ, ਗੁਰੂ ਪਿਆਰ ਵਾਲਿਓ, ਕੇਵਲ ਇਹੀ ਨਹੀਂ ਹੈ ਗੁਰੂ ਦਾ ਦਰ। ਅਸੀਂ ਘਰ ਵਿੱਚ ਬੈਠ ਕੇ, ਗੁਰੂ ਦਾ ਦਰ ਇਹ ਸਾਰਾ ਸੰਸਾਰ। ਗੁਰੂ ਦਾ ਦਰ ਕੀ? ਗੁਰੂ ਦੀ ਮੱਤ। ਗੁਰੂ ਦੀ ਮੱਤ ਪ੍ਰਾਪਤ ਕਰਕੇ ਹੀ ਸਾਡੇ ਜੀਵਨ ਅੰਦਰ ਸੁੱਖ ਆਵੇਗਾ। ਜੇਕਰ ਤੂੰ ਆਪਣੇ ਘਰ ਵਿੱਚ ਬੈਠ ਕੇ ਗੁਰੂ ਦੀ ਬਾਣੀ ਪੜ੍ਹ ਰਿਹਾ ਨਾ, ਉਹ ਵੀ ਗੁਰੂ ਦਾ ਦਰ ਆ। ਭਾਵੇਂ ਤੂੰ ਕਿਤੇ ਵੀ ਜਾ ਕੇ ਗੁਰੂ ਦੀ ਬਾਣੀ ਪੜ੍ਹ ਰਹੇ ਆ, ਸੁਣ ਰਹੇ ਆ, ਜੀਵਨ ਅੰਦਰ ਸਿੱਖਿਆ ਲੈ ਰਹੇ ਆ, ਸਮਝ ਲੈ ਰਹੇ ਆ, ਉਹ ਵੀ ਗੁਰੂ ਦਾ ਦਰ ਆ। ਤੇ ਪਾਤਸ਼ਾਹ ਕਹਿੰਦੇ ਨੇ ਇਹ ਸਮਝ ਸਾਨੂੰ ਸਿੱਖਿਆ ਗੁਰੂ ਦੇ ਦਰ ਤੋਂ ਹੀ ਪ੍ਰਾਪਤ ਹੋਣੀ ਆ।
ਤੇ ਪਾਤਸ਼ਾਹ ਜੀ ਨੇ ਬੜੀ ਸੋਹਣੀ ਵਿਚਾਰ ਦਿੱਤੀ। ਮਾਲਕ ਜੀ ਕਹਿੰਦੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਕਹਿੰਦੇ ਉਹੀ ਹਿਰਦਾ ਰੂਪੀ ਭਾਂਡਾ ਪਵਿੱਤਰ ਹੈ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗਦਾ ਆ। ਉਹੀ ਜੀਵਨ ਪਵਿੱਤਰ ਆ। ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ। ਹੁਣ ਭਾਂਡਾ ਅੱਤ ਦਾ ਮੈਲਾ ਹੋਵੇ, ਅਸੀਂ ਗੁਰੂ ਪਿਆਰ ਵਾਲਿਓ ਬਾਹਰੀ ਤੌਰ ਤੇ ਉਹਨੂੰ ਜਿੰਨਾ ਮਰਜ਼ੀ ਧੋਈ ਜਾਈਏ, ਪਰ ਜਿੰਨਾ ਚਿਰ ਅੰਦਰੋਂ ਨਹੀਂ ਧੋਂਦੇ ਉਨਾ ਚਿਰ ਉਹ ਸਾਫ਼ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਾਡਾ ਭਾਂਡਾ ਜਿਹੜਾ ਹਿਰਦਾ ਰੂਪੀ ਭਾਂਡਾ ਨਾ, ਅੰਦਰੋਂ ਵਿਕਾਰਾਂ ਦੇ ਨਾਲ ਮੈਲਾ ਆ। ਅਸੀਂ ਬਾਹਰੀ ਤੌਰ ਤੇ ਤੀਰਥਾਂ ਤੇ ਇਸ਼ਨਾਨ ਕਰਕੇ, ਦਾਨ ਪੁੰਨ ਕਰਕੇ, ਕਹਿੰਦੇ ਬਾਹਰੀ ਤੌਰ ਤੇ ਧੋਣ ਦਾ ਯਤਨ ਕਰਦੇ ਹਾਂ ਕਿ ਸਾਡਾ ਸਰੀਰ ਬਾਹਰੀ ਤੌਰ ਤੇ ਧੋਤਾ ਜਾਵੇ, ਪਰ ਅੰਦਰੋਂ ਹਿਰਦਾ ਰੂਪੀ ਭਾਂਡਾ ਮੈਲਾ ਆ, ਅੰਦਰ ਵਿਕਾਰ ਆ। ਤੇ ਗੁਰੂ ਪਿਆਰ ਵਾਲੇ ਜਦੋਂ ਹਿਰਦਾ ਰੂਪੀ ਭਾਂਡਾ ਅੰਦਰੋਂ ਮੈਲ ਨਾਲ ਭਰਿਆ ਹੋਇਆ, ਵਿਕਾਰ ਨਾਲ ਗੰਦਾ ਹੋਇਆ ਪਿਆ ਆ, ਤੇ ਕਹਿੰਦੇ ਬਾਹਰੋਂ ਧੋਣ ਦੇ ਨਾਲ ਇਹ ਸ਼ੁੱਧ ਨਹੀਂ ਹੋਣਾ, ਪਵਿੱਤਰ ਨਹੀਂ ਹੋਣਾ। ਇਹ ਕਿਵੇਂ ਹੋਣਾ? ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਕਹਿੰਦੇ ਗੁਰੂ ਦੇ ਦਰ ਤੇ ਹੀ ਤੈਨੂੰ ਜਾ ਕੇ ਸੋਝੀ ਮਿਲਣੀ ਆ, ਸਮਝ ਮਿਲਣੀ ਆ ਕਿ ਤੂੰ ਆਪਣੇ ਹਿਰਦੇ ਨੂੰ ਕਿਵੇਂ ਪਵਿੱਤਰ ਕਰਨਾ ਆ। ਹੋਰ ਕਿਸੇ ਪਾਸਿਓਂ ਸਾਨੂੰ ਸੋਝੀ ਨਹੀਂ ਮਿਲਣੀ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਹਿੰਦੇ ਗੁਰੂ ਦੇ ਦਰ ਤੇ ਰਹਿ ਕੇ ਵਿਕਾਰਾਂ ਦੀ ਮੈਲ ਧੋਤਿਆਂ ਹੀ ਤੇਰਾ ਹਿਰਦਾ ਪਵਿੱਤਰ ਹੋ ਸਕਦਾ ਆ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਚੰਗੇ ਤੇ ਮਾੜੇ ਦੀ ਸਮਝ ਇਹ ਗੁਰੂ ਨੇ ਤੈਨੂੰ ਦੇਣੀ ਆ। ਗੁਰਬਾਣੀ ਪੜ੍ਹ ਕੇ ਹੀ ਸਾਨੂੰ ਚੰਗੇ ਤੇ ਮਾੜੇ ਦੀ ਸਮਝ ਆਉਣੀ ਆ। ਮਾਲਕ ਜੀ ਕਹਿੰਦੇ ਮਤ ਕੋ ਜਾਣੇ ਜਾਏ ਅੱਗੇ ਪਾਈ ਸੀ। ਕਹਿੰਦੇ ਕਿਤੇ ਇਹ ਨਾ ਸਮਝੀ ਕਿ ਇਹ ਮਨੁੱਖਾਂ ਜਨਮ ਸਮੇਂ ਗੁਰੂ ਦਾ ਆਸਰਾ ਨਾ ਲਵਾਂ ਤੇ ਕਿਤੇ ਪਰਲੋਕ ਵਿੱਚ ਜਾ ਕੇ ਅੱਗੇ ਜਾ ਕੇ ਮੇਰਾ ਜੀਵਨ ਪਵਿੱਤਰ ਬਣ ਜਾਵੇਗਾ, ਮੇਰਾ ਜੀਵਨ ਜਿਹੜਾ ਵਿਕਾਰੀ ਆ ਉਹ ਧੋਤਾ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਹੀ ਇਹ ਗੁਰੂ ਦੇ ਕੋਲ ਰਹਿ ਕੇ, ਇਸ ਮਨੁੱਖਾਂ ਜਨਮ ਦੇ ਵਿੱਚ ਰਹਿ ਕੇ ਸਾਨੂੰ ਆਪਣਾ ਜੀਵਨ ਸੋਹਣਾ ਪਵਿੱਤਰ ਬਣਾਉਣਾ ਪੈਣਾ ਆ। ਇਹ ਪਰਲੋਕ ਜਾਂ ਅਸੀਂ ਲੋਕ ਕੀ ਆ ਜਿਹੜਾ ਚੱਲ ਰਿਹਾ ਸਮਾਂ, ਪਰਲੋਕ ਆਉਣ ਵਾਲਾ ਸਮਾਂ। ਪਰਲੋਕ ਕਿਤੇ ਉੱਪਰ ਨਹੀਂ ਹੈ ਕਿ ਉੱਪਰ ਕਿਤੇ ਬਣਿਆ ਹੋਇਆ ਥਾਂ ਕੋਈ ਬਣੀ ਉੱਥੇ ਜਾ ਕੇ ਅਸੀਂ ਜੀਵਨ ਨੂੰ ਸੋਹਣਾ ਬਣਾਉਣਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਲੋਕ ਸੁਖੀਏ ਤੇ ਪਰਲੋਕ ਵੀ ਸੁਹੇਲਾ ਹੋਵੇਗਾ, ਸੁਖੀ ਹੋਵੇਗਾ। ਭਾਵ ਕਿ ਜੇ ਹੋਣ ਵਾਲਾ ਸਮਾਂ ਅਸੀਂ ਹੁਣ ਮਿਹਨਤ ਕਰ ਲਈ ਨਾ ਤੇ ਆਉਣ ਵਾਲਾ ਸਮਾਂ ਸਾਡੇ ਵਾਸਤੇ ਸੁਖੀ ਹੋਵੇਗਾ। ਜਿਵੇਂ ਬੱਚੇ ਨੇ ਹੁਣ ਮਿਹਨਤ ਕਰ ਲਈ, ਪੜ੍ਹਾਈ ਕਰ ਲਈ, ਦਿਨ ਰਾਤ ਇੱਕ ਕਰ ਲਿਆ, ਆਉਣ ਵਾਲੇ ਸਮੇਂ ਵਿੱਚ ਉਹ ਸੁਖੀ ਰਹੇਗਾ, ਉਹਦਾ ਜੀਵਨ ਆਨੰਦਮਈ ਰਹੇਗਾ। ਕਿਸੇ ਦੇ ਅੱਗੇ ਜਾ ਕੇ ਉਹਨੂੰ ਮੰਗਣਾ ਨਹੀਂ ਪੈਣਾ, ਦਰ ਤੇ ਜਾ ਕੇ ਉਹਨੂੰ ਮੱਥੇ ਨਹੀਂ, ਨੱਕ ਨਹੀਂ ਰਗੜਨੇ ਪੈਣਗੇ। ਜੇਕਰ ਹੁਣ ਸਾਡਾ ਜੀਵਨ ਹੁਣ ਚੱਲ ਰਹੇ ਸਮੇਂ ਨੂੰ ਸਾਂਭ ਲਿਆ ਨਾ ਤੇ ਆਉਣ ਵਾਲਾ ਭਵਿੱਖ ਵੀ ਸਾਡਾ ਸੋਹਣਾ ਬਣ ਜਾਵੇਗਾ। ਫਿਰ ਸਾਡਾ ਪੰਜਾਬ ਵੀ ਬੜਾ ਸੋਹਣਾ ਬਣ ਜਾਵੇਗਾ। ਇਸ ਪੰਜਾਬ ਦੇ ਅੰਦਰ ਚੰਗਿਆਈ ਜਿਹੜੀ ਆ ਜਾਵੇਗੀ, ਬੁਰਾਈ ਖਤਮ ਹੋ ਜਾਵੇਗੀ ਜੇਕਰ ਹੁਣ ਅਸੀਂ ਸਮਾਂ ਸਾਂਭ ਲਿਆ। ਹੁਣ ਜੇਕਰ ਹੁਣ ਅਸੀਂ ਚੰਗਾ ਸੋਹਣਾ ਮਨੁੱਖ ਆਪਣੇ ਜੀਵਨ ਅੰਦਰ ਸੋਹਣੇ ਗੁਣ ਆਪਣੇ ਜੀਵਨ ਵਿੱਚ ਵਸਾ ਲਏ ਤੇ ਸਾਡਾ ਜੀਵਨ ਆਉਣ ਵਾਲਾ ਸੋਹਣਾ ਬਣ ਜਾਵੇਗਾ। ਮਾਲਿਕ ਜੀ ਕਹਿੰਦੇ ਜੇ ਕਰਮ ਕਮਾਏ ਤੇਹਾ ਹੋਏ ਸੀ। ਇਹ ਕੁਦਰਤ ਦਾ ਨਿਯਮ ਆ, ਜਿਹੋ ਜਿਹਾ ਬੰਦਾ ਕੰਮ ਕਰਦਾ ਉਹੋ ਜਿਹਾ ਉਹਦਾ ਜੀਵਨ ਬਣ ਜਾਂਦਾ ਆ। ਅੰਮ੍ਰਿਤ ਹਰ ਕਾ ਨਾਉ ਨਾਮ ਵਰਤਾਏ ਸੀ। ਕਹਿੰਦੇ ਜਿਹੜਾ ਮਨੁੱਖ ਵੀ ਗੁਰੂ ਦੇ ਦਰ ਤੇ ਡਿੱਗਦਾ ਆ, ਗੁਰੂ ਦੀ ਸ਼ਰਨ ਵਿੱਚ ਆਉਂਦਾ ਆ, ਉਹਦੇ ਜੀਵਨ ਦੇ ਅੰਦਰ ਮਾਲਕ ਆਪਣਾ ਨਾਮ ਦੇਣ ਵਾਲਾ ਜਿਹੜਾ ਅੰਮ੍ਰਿਤ ਉਹ ਬਖਸ਼ਿਸ਼ ਕਰਦਾ ਆ। ਚੱਲਿਆ ਪਤ ਸਿਉ ਜਨਮ ਸਵਾਰ ਬਾਜਾ ਵਾਏ ਸੀ। ਉਹ ਮਨੁੱਖ ਜਿਹੜਾ ਸੰਸਾਰ ਵਿੱਚੋਂ ਆਪਣਾ ਜਨਮ ਸਵਾਰ ਕੇ ਜਾਂਦਾ, ਇੱਜ਼ਤ ਵਾਲਾ ਬਣਾ ਕੇ ਜਾਂਦਾ। ਜੇ ਸਾਨੂੰ ਮਨੁੱਖਾਂ ਜਨਮ ਮਿਲਿਆ ਚੰਗੇ ਕੰਮ ਕਰਕੇ ਕਿਉਂ ਨਹੀਂ ਜਾਂਦੇ ਅਸੀਂ ਸੰਸਾਰ ਵਿੱਚੋਂ? ਇਹ ਮਨੁੱਖਾਂ ਜਨਮ ਮਿਲਿਆ ਤੇ ਅਸੀਂ ਆਪਣੇ ਜੀਵਨ ਨੂੰ ਮਾੜੇ ਕੰਮਾਂ ਵਿੱਚ, ਨਸ਼ਿਆਂ ਵਿੱਚ ਹੀ ਬਰਬਾਦ ਕਰਕੇ ਚਲੇ ਜਾਂਦੇ ਹਾਂ। ਤੇ ਗੁਰੂ ਪਿਆਰ ਵਾਲਿਓ ਭਾਵੇਂ ਜਿਉਂਦੇ ਜੀਓ ਕਦੀ ਗੁਰੂ ਕੋਲ ਨਹੀਂ ਆਇਆ, ਫਿਰ ਜਦੋਂ ਚੜ੍ਹਾਈ ਕਰ ਜਾਂਦਾ ਅਸੀਂ ਕਹਿੰਦੇ ਭਾਈ ਬੰਦਾ ਬੜਾ ਚੰਗਾ ਸੀ, ਫਲਾਣਾ। ਇਸ ਤਰ੍ਹਾਂ ਬੜੀਆਂ ਵਡਿਆਈਆਂ ਕੀਤੀਆਂ ਜਾਂਦੀਆਂ। ਤੇ ਗੁਰੂ ਪਿਆਰ ਵਾਲਿਓ ਜਿਉਂਦੇ ਜੀ ਗੁਰੂ ਦੇ ਕੋਲ ਨਹੀਂ ਆਇਆ, ਨੇੜੇ ਨਹੀਂ ਲੱਗਿਆ ਤੇ ਮਰਨ ਤੋਂ ਬਾਅਦ ਭਾਵੇਂ ਅਸੀਂ ਜੋ ਮਰਜ਼ੀ ਕਰ ਲਈਏ ਉਹ ਕੋਈ ਉਹਦਾ ਅਰਥ ਨਹੀਂ ਰੱਖਦਾ, ਉਹਨੂੰ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਜਿਉਂਦੇ ਜੀ ਜੇ ਜੀਵਨ ਦੇ ਅੰਦਰ ਚੰਗੇ ਕੰਮ ਕਰ ਲਵਾਂਗੇ, ਜਿਉਂਦੇ ਜੀਆਂ ਦੀ ਸੇਵਾ ਕਰ ਲਵਾਂਗੇ, ਉਹੀ ਲੇਖੇ ਵਿੱਚ ਆ। ਮਰਨ ਤੋਂ ਬਾਅਦ ਭਾਵੇਂ ਅਸੀਂ ਜਿੰਨਾ ਮਰਜ਼ੀ ਦੁਨੀਆ ਦੇ ਸਾਹਮਣੇ ਵਿਖਾਵਾ ਕਰ ਲਈਏ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਉਹਦੇ ਨਾਲ ਸੰਸਾਰ ਦੇ ਲੋਕ ਖੁਸ਼ ਹੋ ਜਾਣਗੇ, ਪਰ ਗੁਰੂ ਤਾਂ ਉਦੋਂ ਖੁਸ਼ ਹੋਣਾ ਜਦੋਂ ਅਸੀਂ ਜਿਉਂਦੇ ਜੀ ਇਸ ਜੀਵਨ ਨੂੰ
ਚੰਗੇ ਪਾਸੇ ਲਾਵਾਂਗੇ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਿਕ ਜੀ ਕਹਿੰਦੇ ਨੇ, ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵੇ। ਹੇ ਮਾਲਕ ਅਕਾਲ ਪੁਰਖ ਵਾਹਿਗੁਰੂ, ਸਦਾ ਰਹਿਣ ਵਾਲੇ ਪਰਮਾਤਮਾ, ਕਦੇ ਜਿਵੇਂ ਤੈਨੂੰ ਚੰਗਾ ਲੱਗਦਾ ਆ, ਕਹਿੰਦੇ ਸਾਨੂੰ ਜੀਵਾਂ ਨੂੰ ਤੂੰ ਉਸੇ ਰਾਹ ਉੱਤੇ ਤੋਰਦਾ ਆ। ਤੇ ਗੁਰੂ ਪਿਆਰ ਵਾਲਿਓ, ਮਾਲਕ ਜੀ ਸਾਨੂੰ ਚੰਗੇ ਰਾਹਾਂ ਉੱਤੇ ਤੋਰਨਗੇ, ਕਦੇ ਵੀ ਗਲਤ ਰਾਹ ਉੱਤੇ ਨਹੀਂ ਤੋਰਨਗੇ। ਇਸ ਕਰਕੇ ਗੁਰੂ ਪਿਆਰ ਵਾਲੇ ਮਾਲਕ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ, ਮਾਲਕ ਜੀ ਸਾਡਾ ਜੀਵਨ ਚੰਗਾ ਬਣ ਜਾਵੇ, ਜਿਹੜਾ ਉਗਣਾ ਨਾਲ ਭਰਿਆ ਹੋਇਆ, ਸਾਨੂੰ ਸਮਝ ਆਵੇ, ਸੋਝੀ ਆਵੇ। ਜੇ ਸਾਡੇ ਜੀਵਨ ਨੂੰ ਸੋਝੀ ਆ ਗਈ, ਸਾਡੇ ਬੱਚੇ ਵੀ, ਉਹਨਾਂ ਦਾ ਜੀਵਨ ਵੀ ਚੰਗਾ ਬਣ ਜਾਵੇਗਾ, ਭਵਿੱਖ ਸੋਹਣਾ ਬਣ ਜਾਵੇਗਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਕਿ ਗੁਰੂ ਦੀ ਮੱਤ ਲਈਏ, ਗੁਰੂ ਵਾਲਾ ਜੀਵਨ ਲਈਏ, ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲੀਏ, ਸਾਡਾ ਜੀਵਨ ਉੱਚਾ ਸੋਹਣਾ ਬਣ ਜਾਵੇਗਾ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।